ਸਰ 50 ਐਪੀਸੋਡਸ ਆਫ ਦ ਜਰਨੀ ਵਿਦ ਸਿਮਰਪ੍ਰੀਤ ਸਿੰਘ। ਪਹਿਲਾ ਐਪੀਸੋਡ ਵਿੱਚ ਤੁਹਾਨੂੰ ਅਸੀਂ ਲੈ ਕੇ ਆਏ ਸੀ 7 ਅਗਸਤ 2023 ਕਰੇ। ਦਿਸ ਇਜ਼ ਆਰ 50th स्पेशल एपिसोड। इन द मॉर्निंग व्हेन ही फिनिशेस जिम तो स्क्रीनशॉट अपना भेजते प्लैंक का। सो यू डू व्हाट इज योर रिकॉर्ड इज 7 minute 8 minute 7.31 7.3 minute is plank reels. My god, how much screen time you are spending, how busy you are. what is the importance of religion in your life? When I think about Sikh, I think about every other community. ਸਭ ਤੋਂ ਵਧੀਆ ਚੀਜ਼ ਕੀ ਲੱਗਦੀ ਤੁਹਾਨੂੰ ਸਿੱਖੀ ਵਿੱਚ? ਸੇਵਾ। ਸਾਡੀ ਗੁਰੂਆਂ ਨੇ ਸਾਨੂੰ ਇੱਕ ਕਿੰਨੀ ਵੱਡੀ ਕਿਰਪਾ ਦਿੱਤੀ ਹੈ ਕਿ ਚੀਜ਼ ਲੈ ਕੇ ਖੁਸ਼ੀ ਨਹੀਂ ਮਿਲਦੀ ਜਿੰਨੀ ਚੀਜ਼ ਦੇ ਕੇ ਖੁਸ਼ੀ ਮਿਲਦੀ। ਮੈਂ ਹਮੇਸ਼ਾ ਇਹ ਬਲੀਵ ਕਰਦਾ ਰਿਸ਼ਤੇ ਤੋੜਨ ਨੂੰ ਤਾਂ 1 ਮਿੰਟ ਲੱਗਦਾ ਹੈ। ਕ੍ਰੀਏਟ ਐਨ ਇਸ਼ੂ ਯੂ ਸਪਲਿਟ, ਬਟ ਰਿਸ਼ਤੇ ਜੋੜਨਾ I think is the most difficult task in the world. Parent can surely be wrong. I have my own family, but I cannot give up those, what she's done for me to make me what I am today. I have to give it back to her. So it's a payback time. ਜੇ ਬੰਦਾ ਇਹ ਸੋਚਣਾ ਸ਼ੁਰੂ ਕਰ ਦੇਗਾ ਨਾ, ਗਲਤੀਆਂ ਉਹਨਾਂ ਦੀਆਂ 100 ਹੋਣਗੀਆਂ, ਪਰ ਤੁਹਾਨੂੰ ਦਿਖਣੇ ਉਹ ਤੁਸੀਂ ਨਾ ਗਲਤੀ ਨੂੰ ਓਵਰਲੁੱਕ ਕਰਨਾ ਸ਼ੁਰੂ ਕਰ ਦੋਗੇ। ਹਾਊ ਕੈਨ ਅ ਚਾਈਲਡ ਪੇ ਬੈਕ ਟੂ ਦ ਪੇਰੈਂਟਸ? ਪੇ ਬੈਕ ਤਾਂ ਕਦੀ ਕਰ ਹੀ ਨਹੀਂ ਸਕਦਾ। ਤੁਸੀਂ ਕਹਿ ਰਹੇ ਹੋ ਪੇ ਬੈਕ ਯਾਰ ਅੱਛਾ, ਤੁਸੀਂ ਇੱਥੇ ਤਾਂ ਪੇ ਬੈਕ ਕਹਿੰਦੇ ਕਰ ਨਹੀਂ ਸਕਦੇ, ਉੱਤੋਂ ਤੁਸੀਂ ਆਪਣੇ ਪੇਰੈਂਟਸ ਨੂੰ ਲਾਂਤਾ ਵੀ ਦਿੰਦੇ ਹੋ, ਫਿਰ ਤੁਸੀਂ ਪੇਰੈਂਟਸ ਨੂੰ ਤੁਸੀਂ ਘਰੋਂ ਬਾਹਰ ਵੀ ਕੱਢ ਦਿੰਦੇ ਹੋ। ਸੋ ਇੱਕ ਰੋਲ ਆਫ ਆਈਡੀਅਲ ਪੇਰੈਂਟ ਕੀ ਹੈ? ਐਵਰੀ ਚਾਈਲਡ ਲੁਕਸ ਅਪਨ ਹਿਸ ਪੇਰੈਂਟਸ। ਇੱਕ ਬੱਚਾ ਜਿਹੜਾ ਬੋਲ ਵੀ ਨਹੀਂ ਸਕਦਾ ਨਾ, ਉਹ ਵੀ ਤੁਹਾਨੂੰ ਵਾਚ ਕਰ ਰਿਹਾ, ਆਬਜ਼ਰਵ ਕਰ ਰਿਹਾ। ਹਾਊ ਹੈਜ਼ this whole journey of 2.5 years impacted you as an individual? ਇਹੋ ਜਿਹੇ ਲੋਕਾਂ ਨੂੰ ਵੀ ਮਿਲ ਚੁੱਕੇ ਆ ਨਾ ਜੋ ਮਤਲਬ ਆਈਡਲ ਸੀਗੇ ਕਿ ਵੀ ਆਰ ਓ ਵਾਓ ਹੈ ਨਾ। ਸਰਟਨ ਪੀਪਲ ਦੈਟ ਆਈਵ ਮੈਟ ਸੇ ਸਮਥਿੰਗ ਵਿਦ ਅ ਕੈਮਰਾ, ਆਈ ਨੋ ਕਿ ਉਹ ਕੈਮਰਾ ਲਈ ਬੋਲ ਰਹੇ, ਮੈਨੂੰ ਪਤਾ ਹੈ। ਹੁਣ ਰੀਸੈਂਟ ਅਸੀਂ ਸੁਰਿੰਦਰ ਕੰਧਾਰੀ ਜੀ ਨਾਲ ਕੀਤਾ। ਸੋ ਹੀਜ਼ ਥਾਟ ਪ੍ਰੋਸੈਸ ਗੁਰਦੁਆਰਾ ਹੀ ਬਣਾਤਾ ਹੈ ਇੱਕ ਇਸਲਾਮਿਕ ਕੰਟਰੀ ਵਿੱਚ। ਇੰਪੋਸੀਬਲ ਚੀਜ਼ ਨੂੰ ਕਿਵੇਂ ਪੋਸੀਬਲ ਕਰ ਗਏ, ਰਾਈਟ? ਅੱਛਾ, ਤੁਹਾਡਾ ਕਿਹੜਾ ਫੇਵਰਿਟ ਪੋਡਕਾਸਟ ਹੈ? The teacher Parimal. People are not joining their family business. People are moving away from their family business. And ਮੈਨੂੰ ਕਈ ਵਾਰ ਇਹ ਲੱਗਦਾ ਕਿ ਟਾਟਾ, ਬਿਰਲਾ, ਮਹਿੰਦਰਾ, most of the Sensex Nifty companies we have were family businesses. ਤੁਹਾਨੂੰ ਕੀ ਲੱਗਦਾ ਮੇਰੇ 1 ਮਿਲੀਅਨ ਸਬਸਕ੍ਰਾਈਬਰਸ ਕਦੋਂ ਹੋ ਜਾਣਗੇ? 50th ਐਪੀਸੋਡ ਹੋ ਗਿਆ ਜੀ ਸਿਮਰਪ੍ਰੀਤ ਸਿੰਘ ਦਾ ਪੋਡਕਾਸਟ ਦਾ ਜਰਨੀ ਵਿਦ ਸਿਮਰਪ੍ਰੀਤ ਸਿੰਘ ਦਾ। 50th ਪੋਡਕਾਸਟ ਲਈ ਇਟਸ ਅ ਟੁਡੇ ਅਗੇਨ ਵੀਵ ਰਿਕਾਰਡਡ ਵਿਦ ਆਰ ਫਾਦਰ, ਵਿਦ माई फादर। पहले पॉडकास्ट में भी उनको लेके आए थे, आज 50th की सेलिब्रेशन आज भी उन्होंने लेके आए हैं। एंड आज 11 जनवरी है, 11 जनवरी 2026। सिमरप्रीत सिंह के चैनल ते 17,571 सबसक्राइबर्स हैं। 0 सबसक्राइबर सीगे 7 अगस्त 2023। एंड आई वॉन्ट टू थैंक ईच एंड एवरी वन ऑफ द 17,571 पीपल ऑफ बिलीविंग इन मी। ਅਸੀਂ ਜਦੋਂ ਸਟਾਰਟ ਕੀਤਾ ਸੀਗਾ ਪੋਡਕਾਸਟ, ਇਟਸ ਵੈਰੀ ਈਜ਼ੀ ਟੂ ਗੈਟ ਕੈਰਿਡ ਅਵੇ ਇਨ ਦ ਵਰਲਡ ਆਫ ਇੰਟਰਨੈਟ ਟੂਡੇ। ਯੂ ਕੈਨ ਬਾਏ ਸਬਸਕ੍ਰਾਈਬਰਸ, ਯੂ ਕੈਨ ਬਾਏ ਦ ਲਾਈਕਸ। ਐਂਡ ਮੀ ਐਂਡ ਕੋਮਲ, ਮਾਈ ਵਾਈਫ, ਜਿਹੜੀ ਸਾਡੀ ਕੋ ਫਾਊਂਡਰ ਹੈ, ਹੂ ਇਜ਼ ਬੀਨ ਦ, ਮੈਂ ਤਾਂ ਫੇਸ 'ਤੇ ਹਾਂ ਪੋਡਕਾਸਟ 'ਤੇ, ਬਟ ਸ਼ੀ ਇਜ਼ ਬਿਹਾਈਂਡ ਦ ਫੇਸ, who has worked so tirelessly to bring each and every episode. ਸਾਡੀ teams, all our teams, production teams, look, and all the viewers, listeners that have believed and saw value in my content. See, पहले दिन तो me and Komal were clear that we will be true to ourselves. True to ourselves ਦਾ ਮਤਲਬ ਹੋਇਆ ਕਿ ਯਾਰ we'll not, ਅਸੀਂ ਕੋਈ ਨਾ ਪੇਡ ਐਡਵਰਟਾਈਜ਼ਮੈਂਟ ਕਰਾਂਗੇ, ਲੋਕਾਂ ਨੂੰ ਸਾਡਾ ਕੰਟੈਂਟ ਪਸੰਦ ਆਏਗਾ, ਉਹ ਦੇਖਣਗੇ, ਐਂਡ ਐਜ਼ ਅ ਰਿਜ਼ਲਟ ਵੀਲ ਗਰੋ ਆਰਗੈਨਿਕਲੀ। ਐਂਡ 2.5 ਸਾਲ YouTube ਇਜ਼ ਅ ਮੈਰਾਥਨ। ਲੋਕ ਕਹਿੰਦੇ ਹੁੰਦੇ ਸੀ ਕਿ YouTube ਇਜ਼ ਅ ਮੈਰਾਥਨ, ਇਟ ਇਜ਼ ਰੀਅਲੀ ਅ ਮੈਰਾਥਨ, ਐਂਡ Instagram also, we have a 500,000 of followers, and each and every follower, thank you for liking our content। ਤੁਹਾਨੂੰ ਇੰਨਾ ਤੁਸੀਂ ਪਿਆਰ ਦਿੱਤਾ। ਜਿਹੜੇ ਬਹੁਤ ਸੇ ਐਸੇ 1000 ਲੋਕ ਹੈ ਜੋ ਸਾਡਾ ਕੰਟੈਂਟ ਦੇਖਦੇ ਲੇਕਿਨ ਉਹਨੇ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਸਬਸਕ੍ਰਾਈਬ ਕਰ ਦਿਓ ਯਾਰ, ਬਹੁਤ ਮੋਟੀਵੇਸ਼ਨ ਮਿਲੇਗੀ। ਜਦੋਂ ਤੁਹਾਨੂੰ ਸਬਸਕ੍ਰਾਈਬ ਦਾ ਬਟਨ ਦਿਖ ਰਿਹਾ ਕਰ ਦਿਓ ਯਾਰ ਸਬਸਕ੍ਰਾਈਬ, ਸਾਨੂੰ ਬੜੀ ਖੁਸ਼ੀ ਮਿਲੇਗੀ। ਐਂਡ ਦ ਨੈਕਸਟ 50 ਐਪੀਸੋਡਸ ਇਹੀ ਕੋਸ਼ਿਸ਼ ਰਹੇਗੀ ਕਿ ਅੱਛਾ ਮੀਨਿੰਗਫੁਲ ਕੰਟੈਂਟ ਲੈ ਕੇ ਆਇਆ ਜਾਏ। I want conversation to become more deeper, more richer. I am not going to जो पहले दिन तो सीगा आज भी एवं ही है कि click baits ली, controversial content ली, don't come to my channel. If you want to learn, if you want to upgrade your life and you want to learn from people who've built it big in life, come to my channel and subscribe. but वो click bait controversial सिमरप्रीत सिंह नहीं बनाएगा, आगे भी नहीं बनाएगा। And the next 50 episodes I give you my word
that we will go even stronger with the kind of people and जो तानू सिखन नू मिले. So thank you to all the 17,571 people for loving me, for listening to our podcast, and so many other lakhs of people who listen to our podcast, see our podcast, but who have not subscribed. Subscribe कर लो यार, दिख रहा है तानू बटन, भरा नू थोड़ा सा support कर दो, खुशी मिलेगी सानू. On the 50th episode, my father returns back. He was the first guest on our podcast, Mr. Hartek Singh, on the journey with Simarpreet Singh. Sir, 50 episodes of the journey with Simarpreet Singh. ਪਹਿਲੇ ਐਪੀਸੋਡ ਵਿੱਚ ਤੁਹਾਨੂੰ ਅਸੀਂ ਲੈ ਕੇ ਆਏ ਸੀ 7 अगस्त 2023. यहीं पे हमने रिकॉर्ड किया था. ਐਂਡ ਉਸ ਦਿਨ ਸਾਡਾ ਪਹਿਲਾ ਪੋਡਕਾਸਟ ਸੀਗਾ ਜੋ ਅਸੀਂ ਲਾਈਵ ਕਰਿਆ. 2.5 ਸਾਲ ਹੋ ਗਿਆ ਸਰ. ਦੇਖਦੇ ਹੋ ਤੁਸੀਂ ਸਾਡੇ ਪੋਡਕਾਸਟ? ਦੇਖਦਾ ਤੇ ਜ਼ਰੂਰ ਹੈਗਾ, ਬਟ ਇਟਸ ਨਾਟ ਅ ਕੁਐਸਚਨ ਅਬਾਊਟ ਮਾਈ ਸੀਇੰਗ ਯੋਰ ਪੋਡਕਾਸਟ. ਵਾਟ ਗਿਵਸ ਮੀ ਅ ਡੀਪ feeling of gratitude, feeling of achievement when I look at you. You've grown over these episodes. Every podcast, what you have, you've done. I see a very deep sense of hold on the subject, and the way you conduct these podcasts, I believe you've really matured yourself. This is a great sense of pride for me. Not the question कि भी मैं देखता कि नहीं देखता, but मैं, of course, when I look at your journey, I do feel of deep feel of a very good feeling कि भी पहला you selected me, and on the 50th I'm standing right. 100 भी आप होगे, 500 भी आप होगे और 1000 भी आप होगे. नहीं बट अच्छा ਵੈਸੇ ਜੈਨੂਇਨਲੀ ਤਾਂ ਦੱਸੋ, ਕੋਈ ਆ ਕੇ ਇਹ 2.5 ਸਾਲ ਵਿੱਚ ਕੋਈ ਆ ਕੇ ਤੁਹਾਨੂੰ ਬੋਲਦਾ ਹੈ ਕਿ ਯਾਰ ਅਸੀਂ ਤੁਹਾਡੇ ਬੇਟੇ ਦਾ ਪੋਡਕਾਸਟ ਦੇਖਦੇ ਹਾਂ, ਜਾਂ ਕੁਛ ਕਦੀ ਹੋਇਆ ਕਿ ਸੱਚੀ ਦੱਸਣਾ, ਮਤਲਬ ਐਵੇਂ ਨਹੀਂ ਕਿ ਵੀ ਜੈਨੂਇਨਲੀ? Simar, you know that last time also when we were in Gurgaon together in the evening, a couple of people came up to you, and they were relating specifically about and the good part was not that they just passed on a comment ki ji toda we look at hum aapka podcast dekhte hain ji, but they stood and they were really liking the content. Again, as I just told you, they appreciated the way you are taking it forward and you reaching the mass and bringing them. So mainu jo lagda hai ki सानू उस दिन भी मिले और मुझे भी बंदे मिलते ही हैं, and you feel good about it when people say that of course they link that through me only, and that is a great sense of what do you mean by that? Like first they will recognize me as Hartek Singh. That is one thing which you, of course, when this name of the company shifted from Amtech to Hartek, and Hartek became a name in terms of the business whatever we are doing. So people, of course, those who know me, the moment they will recognize me in an auto mode, they will start speaking about you. So that's how the flow of the generation or the flow of owners starts. No, so that's a different feel ही अलग है कि they will start with me and नाल ही शुरू हो जाएंगे, सर वो आपका जो बेटा है सिमरप्रीत सिंह जी, उनके भी हम लिंक्डइन में हम जुड़े हैं, एंड हम उनके पॉडकास्ट देखते हैं. अच्छा लगता है, यू फील गुड. अच्छा, ਤੁਹਾਡਾ ਕਿਹੜਾ ਫੇਵਰਿਟ ਪੋਡਕਾਸਟ ਹਾਲੇ ਤੱਕ ਦਾ? 49 ਕਰੇ, ਦਿਸ ਇਜ਼ ਆਰ 50th ਸਪੈਸ਼ਲ ਐਪੀਸੋਡ. आई थिंक ਫੇਵਰਿਟ ਕਰ, ਮਤਲਬ ਅਗਰ ਇੱਕ ਚੂਜ਼ ਕਰਨਾ ਹੋਏ ਤਾਂ ਕਿਹੜਾ ਕਰੋਗੇ? देखो वो तो मेरा अपना सब्जेक्ट ਦਾ ਹੀ ਹੋਏਗਾ ਨਾ, अनडाउटेडली ਕਿਹੜਾ द टीचर परिमल ਮਰਚੈਂਟ प्रोफेसर. ਕੀ ਅੱਛਾ ਲੱਗਿਆ ਤੁਹਾਨੂੰ? ਉਹਦਾ I think ਮੈਨੂੰ personally ਬੜਾ ਕੁਝ learning, it was very close to my heart, the subject. The subject was family business, right? Family business. Yeah. And he went too deep into it. He went too deep into it. And I think that's one of the very few episodes. In fact, I'll say the only episode which I've seen the most. Because every time I see, and this I think is relevant to most of your certain, very, very, because you picked subjects, when it was Dr. Train or it was any of the,
people who were distinguished in their field, and the kind of questions which you know, whether it was a share market or whatever subject you picked the people who knew the subject deep, and the questions which you asked them and the way they conducted it was full of knowledge. So it was basically an impactful podcast with knowledge. It was not general to see मौज मस्ती करते पे, you know. It was nothing. I don't think so. It was more of an entertainment. I don't see most of your you know, podcast as an entertainment. I see a knowledge sharing, and I feel that once the people get connected with Simmerpreet Singh, the journey, that oh, here he comes, and there is some knowledge sharing, something you know we're going to learn. I think that is what I see your purpose. अच्छा तो ये तो दसो कि इम्प्रूव की करिए, कुछ तो क्रिटिकल कमेंट दो ना, वो फादर क्रिटिकल कमेंट. आई थिंक मैनू मैं ਤੁਹਾਨੂੰ ਪਹਿਲੇ ਹੀ ਕੰਪਲੀਮੈਂਟ ਹੀ ਦੇਤਾ, ਹੁਣ ਮੈਂ ਕ੍ਰਿਟਿਕ ਬਣ ਨਹੀਂ ਸਕਦਾ ਨਾ. ਮੈਂ ਤੁਹਾਨੂੰ ਪਹਿਲੇ ਹੀ ਕਹਿਤਾ that you have matured over the every episode. So firstly, of course, Simmerpreet, thank you. You made me this 50th episode. Yeah, I do feel proud as a father, you know, to sit across with you on the 50th podcast. It feels good. But frankly, when you told me last week only that we've done 49th, because even I have never counted the numbers, to be very frank. Hanji, okay, there's another one coming. Okay, who's the subject? कौन आ रहे हैं? होता था, मैं हमेशा मेरा इंटरेस्ट होता सीगा. But the moment you said we've done 49th and you're going to be the 50th one, then I started looking back. Oh my God. 2.5 साल हो गया. August 23 to now January 26. अच्छा, मेरे नाल तानू मैं दसी भी सी स्टोरी I want to share to all the viewers. So what happened last week, I was in Delhi and I was sitting with my friend and I told you this, and तुसी थोड़े जे uncomfortable हो जाते with the praises when people praise your fitness and the physique. So होया कि what happened is that you know, I was sitting with a friend and there was, you know, two gentlemen came over and you know, they said that you know, Hatek, मेरे को देख के मतलब बोला हटेक. तो आई स्टूड अप, आई सेड हाँ जी. तो कहते हैं जी ग्रेट, वी एंड ही डिडंट टेक माय नेम, ही जस्ट सेड हटेक, राइट. आई टोल्ड यू दिस, सेड दैट आप वी फॉलो योर पॉडकास्ट एंड आपके बड़े लर्निंग वाले होते हैं. अच्छा, यू डू अ ग्रेट जॉब, आपकी कंपनी के थ्रू भी आप बड़ा. सो ही डिडंट से माय नेम, सिमर भी तो बोला ही नहीं, हटेक बोलते रहे. अच्छा ठीक है, ग्रेट. तो आप बहुत अच्छा काम कर रहे हो, कंपनी भी आपकी बड़ी अच्छी चल रही है, सारा कुछ है और आप करते रहो. And it was a great. I must also compliment your brother. He also does, you know, मतलब वो भी देखो कितनी मतलब स्क्रैच से उन्होंने इतना मेहनत कर दी, and how you have joined your brother and you helped him. And I was like, brother, मतलब I पहले उसको मैंने कंप्लीट करन दिता, फिर मैंने पूछा, मैं क्या सर तुसी किदी गल कर रहे हो? तो कहते कि मिस्टर हटेक इज योर ब्रदर. मैं क्या सर इज माई फादर. कहते नहीं, लगता ही नहीं है, वो इतने फिट हैं, सारा कुछ है. आई टोल्ड यू, कहते नहीं ऐसे नहीं होगा, बट यू नो दैट यू आर वेरी फिट, राइट. मतलब रोज़ आप जिम जा रहे हो. सो मैंने जब आपको पहली बार भी होस्ट किया था, पहली बार जब होस्ट किया था, I asked about fitness, right? And in these 2 years plus, lot has changed, right? You've also evolved as a person. I've evolved. You've become in all this process, you've become a granddad now. Yeah. Right? You've become your daughter, my sister, uda vyah ho gaya. Personal milestones a lot, right? Yeah. Professionally also, you know, touch wood, you know, we're doing good. So in these 2 years plus also, how important is fitness again? At 60, you'll be turning 62 in Feb. Yeah. Right? So, है ना, हाले तुसी हो नहीं, because तुसी बोलते हो नहीं मैं 61 ही है, 22 फरवरी ਨੂੰ 62 ਦਾ ਹੋ ਜਾਊਂਗਾ. Yeah. ਤੇ throw some light, you know, these 2 years plus, you know, lot of personal ups and downs ਵੀ ਹੁੰਦੇ ਰਹਿੰਦੇ ਹੈ. ਸਾਡੇ ਆਪਸ ਕਨਫਲਿਕਟ ਕਈ ਵਾਰ ਹੋ ਜਾਂਦਾ ਹੈ, ਫਿਰ ਉਹਨੂੰ ਸੋਲਵ ਕਰਦੇ हैं. But in all this chaos, fitness is something that I keep saying that today morning also you were in the gym, right, at 7 a.m. What keeps you going? What's your message to all your people, friends, colleagues listening? I want to start with the fitness story. Simmer, for me, you know, life, I've always tried to see life, to live on every moment what I live, I should live healthy. I want to die healthy. And that's what I feel that, that's it. There is nothing What do you mean by die healthy, as in? You don't want to be like बोझ नहीं होना चाहते साढ़े सारे होते? No, not really. When I say die healthy, you know, बंदा ना सब तो पहले बोझ दा अपने आप दा होता है.
ਦੂਜੇ ਦਾ ਨਹੀਂ ਹੁੰਦਾ। ਅਗਰ ਕਿਸੇ ਬੰਦੇ ਨੂੰ ਕੋਈ ਮਾਰਦਾ ਨਾ, ਉਹ ਆਪਣੇ ਆਪ ਨੂੰ, ਉਹਦਾ ਸੈਲਫ ਹੀ ਉਹਨੂੰ ਮਾਰਦਾ ਹੈ। The moment he feels that, and why should we go into that negative part of it, that you're dependent? It's not that. The true feeling is, it gives you a different feel of enlightenment and, being strong yourself. I think it's not all about the game of being emotionally and mentally strong. If you're physically strong, and if you're able to keep up your good health, your basic parameters, it helps you a lot a way to be emotionally fit. I think they both are complementary to each other. For me, being healthy, I don't know, that has been part of my living all through. And I think you've been seeing that. For me, for gym, de te gal hun de kal kar rahe hain. In my 40s, I started feeling that I need to be fit. And the first thing which I started was yoga. For 20 years, look back, I used to do yoga with your grandmother. And मैनू बड़े लोग पूछते थे कि what keeps you fit? I said yoga. अच्छा योगा करते हो? एंड मैं योगा के साथ ना एक टर्मिनोलॉजी अटैच करता था। मैं क्या, एक्चुअली आई डोंट डू योगा, आई डू पावर योगा। कहता है यार योगा तो सुना है, ये पावर योगा क्या होता है? मैं क्या, ऐसे है, मैं रोज़ 1 घंटा 1.25 घंटा योगा अपनी माँ के साथ करता हूँ। और जो बच्चा अपनी माँ के साथ जब योगा कर रहा होता है ना, इट कन्वर्ट्स इनटू अ पावर योगा। इमेजिन माय मदर इज इन अबाउट 60s at that time. and I was in the 40s, and I used to go to my parents' room and make sure that, and we used to start doing yoga together. And of late, especially when I lost my dad, I was very, very specific then. Then I made it a point every day. It became our daily ritual that Mama de kamre jaake, we both used to do yoga. She used to be on the bed and I used to lay a mat on the ground. And when I used to get up, I used to feel a certain sense of power within me as I used to walk out of the room. And when my friends and my businesses used to call me, योगा करते हो? मैं कहा नहीं, पावर योगा करता हूँ। क्योंकि जो माँ के साथ योगा करने का जो मज़ा है ना, when you see your mother doing the same asana better than you, my God, it gives you a different feel. So for 20 years, it was yoga which kept me fit mentally and physically. And then I think I maybe after the moment I was approaching 60 is when I realized that, now you have come into a point of life where you will eventually tend to lose your muscles. It's a natural process. See, you cannot fight against the age. This is a process which you have to live with it. But let it be graceful, and let it be in a way as well you can be yourself, gradually growing old. Why don't you enjoy it? So for me, it was very important. Approaching 60, I felt that this is a time now I need to tone my muscles. See, at this age, as you tell me that, you've been telling me that, okay, I'm also doing my lifts because you're also doing your gym and you're pretty active now. But coming back, for me at this age, it's not all about building muscles. It's only toning your muscles. So for me, maybe as long as I live further on in my life, I would like to keep myself fit and healthy. And maybe gym, of course, I don't enter a gym without a trainer. I'm very specific, because when you see youngsters moving around with weights around, so you tend to get, a little hyped about it. But no, I do control. So I have a trainer. He controls me. He takes good care of me. And when I walk out of the gym, I feel strong. I feel enlightened. I feel fresh for the day. And as you know, as a father, I always tell you, I die every day. I live every day. So for me, starting a day on a good note keeps me fit all. So I want to tell to all the viewers, like, सारों का वो हर बंदों का फैमिली ग्रुप तो होता ही है ना, पेरेंट्स और वो ब्रदर सिस्टर,
तो हमारा भी फैमिली ग्रुप है. सो इन द मॉर्निंग एट 8:30 यू नो व्हेन ही फिनिशेस जिम तो स्क्रीनशॉट अपना भेजते प्लैंक का. सो यू डू व्हाट इज योर रिकॉर्ड इज 7 मिनट 8 मिनट 7.31. 7.3 मिनट इज प्लैंक राइट. एंड आई थिंक 1 मिनट जो भी प्लैंक कर लें ऐसा लगता है कि यार द टाइम इज गोइंग वेरी स्लो 1 मिनट के बाद. बट 7 मिनट्स हर सुबह. एंड कई बार तो हमें मोटिवेट करता है, कई बार मेरे को हमें सबको यू नो कोमल को हरकीरत माई सिस्टर सबको डीमोटिवेट भी कर रहा था. अभी 7 मिनट पॉसिबल भी नहीं है मतलब यू नो एट आर एज ऑल्सो. बट आई थिंक बट अच्छा जो लोग कहते हैं यार हमारे पास टाइम नहीं है तो उनको क्या बोलोगे आप? मतलब कैसे टाइम निकालें? अब कितने वर्किंग प्रोफेशनल्स हैं सर, मतलब दे माइट से टुडे दैट यू मे बी यूर प्रिविलेज्ड, वी आर ऑल प्रिविलेज्ड राइट इन टर्म्स ऑफ यू नो वी कैन स्टिल कंट्रोल आवर टाइम. बट सर अब आप देखो ना कोई एक पर्सन जो चंडीगढ़ या दिल्ली से जो भी है मतलब नहीं बिलोंग करता, उसके पेरेंट्स कहीं रहते हैं देर इन देयर मिड 30s और अर्ली 40s, मतलब वो उसको 9 बजे दफ्तर भी पहुंच रहे हैं, वो गाज़ियाबाद से लेट से दिल्ली जाना है या गुड़गांव जाना है 2 घंटे का तो सफ़र है. यहाँ पे भी आजकल ट्राई सिटी में भी कितना मुश्किल हो गया है. जीरकपुर से मोहाली आने में घंटा लग जाता है. सो सर उन्होंने ਤੁਸੀਂ ਕੀ ਕਹੋਗੇ ਜਿਹੜੇ 9 ਵਜੇ ਫਿਰ ਘਰੇ ਆ ਕੇ ਰੋਟੀ ਵੀ ਬਣਾਉਣੀ ਹੈ ਸਾਰਾ ਕੁਝ ਕਰਨਾ ਹੈ, ਉਹਨੂੰ ਕਿਵੇਂ ਟਾਈਮ ਕੱਢਣ ਸਰ? देखो ਰੀਅਲਿਸਟਿਕਲੀ ਕਿਵੇਂ ਟਾਈਮ ਕੱਢਣ? मैं ना I don't think so it's right on my part to make a comment or try to guide anybody because yes everybody has his own struggle. हर बंदा आज ਦੀ ਡੇਟ 'ਚ ਆਪਣਾ ਇੱਕ ਸਟਰਗਲ ਔਰ ਆਪਣੀ ਇੱਕ ਲਾਈਫ ਖੁਦ ਹੀ ਆਪਣੇ ਤਰੀਕੇ ਨਾਲ ਕੋਸ਼ਿਸ਼ ਕਰ ਰਿਹਾ ਹੈ. what best he can do he is doing it. But personally if I feel and this is a message for each one of the viewers or across whoever is there, ਜੇ ਤੁਸੀਂ ਆਪਣੇ ਆਪ ਨੂੰ ਨਹੀਂ ਪਿਆਰ ਕਰ ਸਕਦੇ ਨਾ ਤੁਸੀਂ ਕਿਸੇ ਹੋਰ ਨੂੰ ਪਿਆਰ ਹੀ ਨਹੀਂ ਕਰ ਸਕਦੇ ਕਦੀ. genuinely You've been saying this all your life, all through my life and that is exactly me what and I've my been sister doing have been listening this to all all through my our life. childhood. The most you know my best friend, the person whom I share my heart out, that is my subconscious. I you know discuss all the this now I'm going from my physical into the mental, you know, emotional being because I feel that you know your subconscious knows every step of the wrong what you do to the other, whether you speak badly or you are doing a wrong act. Your subconscious always is there to keep telling you and keep knocking you, buddy, this is not something right what you've done. So I think if you're close to your subconscious and if you love yourself deep, you love the world. You love the people around you. You love your family. You love your friends. You love everybody around. You will spread happiness. So time नहीं है लेकिन फिर नहीं टाइम हर ਜੇ ਤੁਸੀਂ ਆਪਣੇ ਆਪ ਨੂੰ ਪਿਆਰ ਕਰੋਗੇ ਨਾ ਤੁਹਾਨੂੰ ਟਾਈਮ ਨਿਕਲ ਆਪਣੇ ਆਪ ਤੁਸੀਂ ਕੱਢੋਗੇ. ਬਟ ਪ੍ਰੋਬਲਮ ਕੀ ਹੁੰਦੀ ਹੈ ਅਸੀਂ ਆਪਣੇ ਆਪ ਨੂੰ ਹੀ ਇਗਨੋਰ ਕਰਦੇ ਹਾਂ. ਮੈਜੋਰਟੀ ਅਸੀਂ ਆਪਣੇ ਆਪ ਨੂੰ ਇਗਨੋਰ ਕਰਦੇ ਹਾਂ ਫਿਰ ਸਭ ਐਕਸਕਿਊਜ਼ਸ ਹੋ ਜਾਂਦੇ ਆ. ਨਹੀਂ ਮੈਂ ਬੜਾ ਬਿਜ਼ੀ ਹੈ. ਯੂ ਹੈਵ ਥਿੰਗਸ ਟੂ ਡੂ ਫॉर ਅੱਜ ਦੀ ਡੇਟ 'ਚ ਆਮ ਸੌਰੀ ਮੇਰੇ ਬੱਚੇ ਮੈਂ ਯੂਥ ਦੇਖਦਾ and which ਕਈ ਵਾਰੀ ਮੈਂ ਵੀ ਇੰਟੈਂਗਲਡ ਹੁੰਦਾ ਪਿਆ but I am also trying to control myself. The reels, my God, how much screen time you are spending, how busy you are. So the point is that today you have to control your own self mentally and physically. This is the I would say a message for the youngsters ਕਿਉਂਕਿ ਇਹਨਾਂ ਨੇ ਅੱਗੇ ਸੰਭਾਲਣਾ ਹੈ. ਤੁਸੀਂ ਲੋਕਾਂ ਨੇ ਅੱਗੇ ਭਾਵੇਂ ਫੈਮਿਲੀ ਹੈ ਭਾਵੇਂ ਤੁਹਾਡੀ ਕੰਟਰੀ ਹੈ ਭਾਵੇਂ ਤੁਸੀਂ ਆਪਣੀ ਲਾਈਫ ਹੈ. If you guys don't, you know, have a self-discipline in terms of your good health, and I think good health ਨਾਲ ਤੇ mind ਵੀ ਤੁਹਾਡਾ healthy ਹੁੰਦਾ ਹੈ. You think positive. So ਬੜੀ ਚੀਜ਼ interlinked ਹੈਗੀ ਹੈ. I think that's what it is. So I think sir ਤੁਸੀਂ ਉਹਨੇ ਮੈਨੂੰ ਕਿਹਾ ਕਿ I'm also now getting very active into gym. Of course we've been seeing you subconsciously, you know, ਉਹ ਕਹਿੰਦੇ ਨੇ parenthood you have to lead by example not by words. ਸੋ ਉਹ ਇੱਕ ਚਲੋ ਪਹਿਲਾਂ ਵੀ ਸਪੋਰਟਸ ਖੇਡੀ ਬਚਪਨ 'ਚ ਬਟ ਆਈ ਥਿੰਕ ਮਤਲਬ ਆਈ ਕੈਨ ਜਸਟ ਸ਼ੇਅਰ ਮਾਈ ਪੁਆਇੰਟ ऑफ व्यू दैट what you know मतलब काइंड ऑफ यू नो चेंज्ड मी काइंड ऑफ टर्निंग पॉइंट कि नहीं यार और फिटनेस पे फोकस करना है, जिम करना है, अपनी मसल बनानी है. आई एम 35 नाउ. was that you know daughter was born October 30th ਐਂਡ ਮੈਨੂੰ ਹੁਣੇ ਯਾਦ ਹੈ ਕਿ ਅਸੀਂ ਮਾਰਚ ਦੇ ਮਹੀਨੇ 'ਚ ਨਾ ਅਸੀਂ ਦਿੱਲੀ ਚੰਡੀਗੜ੍ਹ ਦਿੱਲੀ ਵੀ ਵਰ ਡੂਇੰਗ ਐਂਡ ਇਫ ਯੂ ਓਬਜ਼ਰਵ ਦੈਟ ਤੁਹਾਨੂੰ ਯਾਦ ਹੋਏਗਾ ਜਿਹੜਾ ਦਿੱਲੀ 'ਚ ਜਿਹੜਾ ਇੰਟਰਨੈਸ਼ਨਲ ਟਰਮੀਨਲ ਕਈ ਵਾਰ ਗੇਟ ਨੰਬਰ 45 ਹੋ ਜਾਂਦਾ ਬਹੁਤ ਦੂਰ ਹੈ. ਸੋ ਐਂਡ ਸਾਡੀ ਫਲਾਈਟ ਥੋੜ੍ਹੀ ਜਿਹੀ ਮਤਲਬ ਵੀ ਵਰ ਲੇਟ ਰਾਈਟ ਐਂਡ
ਕੋਮਲ ਵਗੈਰਾ ਥੋੜ੍ਹੇ ਅੱਗੇ ਚੱਲ ਰਹੇ ਸੀਗੇ ਐਂਡ ਸਾਇਰਾ ਨੂੰ ਮੈਂ ਪਕੜਿਆ ਹੋਇਆ ਸੀਗਾ। ਐਂਡ ਆਈ ਰਿਮੈਂਬਰ ਕਿ ਮੇਨ ਤੋਂ ਟਰਮੀਨਲ ਤੋਂ ਦਿਸ ਇਜ਼ ਆਈ ਥਿੰਕ ਫੈਬ ਸਮਥਿੰਗ ਆਫ ਫੈਬ ਮਾਰਚ ਦੀ ਗੱਲ ਹੈ। ਆਈ ਰਿਮੈਂਬਰ ਫੈਬ ਮਾਰਚ ਦੀ ਗੱਲ ਹੈ। ਆਈ ਰਿਮੈਂਬਰ ਕਿ ਉਹ ਵੈਨ ਯੂ ਐਂਟਰ ਟੂ ਦ ਗੇਟ ਨੰਬਰ 40 ਐਂਡ ਵਾਲਾ ਗੇਟ ਉਹ 45 ਸੀ 50 ਜੋ ਵੀ ਹੈਗਾ ਇਟ ਟੇਕਸ ਅਬਾਊਟ 15-20 ਮਿੰਟਸ ਈਵਨ ਯੂ ਟੇਕ ਦ ਜੋ ਰੈਮ ਇਟ ਟੇਕਸ ਟਾਈਮ ਰਾਈਟ। ਅਤੇ ਮੈਨੂੰ ਯਾਦ ਹੈ ਕਿ ਵੈਨ ਆਈ ਵਾਜ਼ ਵਾਕਿੰਗ ਅਤੇ ਆਈ ਥਿੰਕ ਜਸਟ 5 ਮਿੰਟਸ ਇਨ ਦੀ ਵਾਕ ਨਾਲ ਮੇਰੀ ਬੈਕ ਦਰਦ ਹੋਣ ਲੱਗੀ ਐਂਡ ਆਈ ਥਿੰਕ ਮਤਲਬ ਮੇਰੇ ਨਾ ਅਨਕੰਫਰਟੇਬਲ ਸੀਗਾ ਐਂਡ ਆਈ ਵਾਜ਼ ਲਾਈਕ ਨਹੀਂ ਕੁਛ ਨਹੀਂ ਹੋਏਗਾ ਐਂਡ ਉਹਦੀ 8th 9th ਮਿੰਟ ਵਾਜ਼ ਲਾਈਕ ਕਿ ਆਈ ਥਿੰਕ ਆਈ ਹੈਵ ਨੈਵਰ ਸ਼ੇਅਰਡ ਇਟ ਮੈਂ ਤੁਹਾਡੇ ਨਾਲ ਵੀ ਸ਼ੇਅਰ ਨਹੀਂ ਕੀਤੀ ਗੱਲ ਮੈਂ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਿਹਾ ਐਂਡ ਮੇਰੇ ਤੋਂ ਨਹੀਂ ਚੱਲਿਆ ਗਿਆ ਮਤਲਬ 9-10 ਮਿੰਟਸ ਮਤਲਬ ਬੈਕ ਏਕ ਹੁੰਦੀ ਰਹੀ ਮੈਨੂੰ ਇੱਕਦਮ ਰੁਕਣੀ ਪਈ ਕਿ ਵੀ ਯਾਰ 1 ਮਿੰਟ ਦੂਸਰੇ ਵਿੱਚ ਕਰਨਾ ਐਂਡ ਆਈ ਥਿੰਕ ਉਹ ਫਲਾਈਟ ਵਿੱਚ ਨਾ ਆਈ ਕੈਪਟ ਥਿੰਕਿੰਗ ਯਾਰ I am 35 today. After 10 years, I'll be 45. ਸਾਇਰਾ ਨੂੰ ਜਿਹੜੀ ਮੈਮਰੀ ਹੋਏਗੀ ਉਹ ਤਾਂ ਮੇਰੀ 45 ਦੀ ਹੋਏਗੀ। When we were there, you were 35 when I was 10 years old. Yeah. So ਸਾਨੂੰ ਮੈਮਰੀ ਹੈ, you are fit, you know, agile. ਸਾਡੇ ਤਾਂ ਗੋਡੇ ਦਰਦ ਹੋ ਜਾਣਗੇ, ਪਿੱਠ ਦਰਦ ਹੋ ਜਾਏਗੀ. I think that was something that really I was very worried ਕਿ that is not the memory which I want my daughter to have for me ਕਿ ਯਾਰ ਤਾਂ ਬਾਪੂ ਤਾਂ ਬੈਠਾ ਹੀ ਰਹਿੰਦਾ ਜਾਂ ਇਸ ਤੋਂ ਚੱਲਿਆ ਨਹੀਂ ਜਾਂਦਾ। So I think ਮਤਲਬ ਟਾਈਮ ਵੀ ਹੈ but I think these are all personal things that if we take out I'm happy that Sarah finally made you realize. नहीं मैं वैसे भी fit ही सीगा वैसे भी ना. You were. No, but I think you really worked very hard, and I'm so happy about it because a couple of I think the whole year of 25 I've seen a big change in you, both I think emotionally and on physical side. You're really working very hard because life is all going to be and today this is for every youth. You know, it's a worrisome because it's going to be very stressful. The way the world is evolving, it's not going to be a smooth flow for any young buddy out there. So I think it's very important to work on your good health, emotionally. But time kadna hi kadna. Kadna hi kadna. Acha, so you've been asking me since last 2 days that ਕਿ ਤੂੰ ਪੁੱਛਣਾ ਕੀ ਹੈ ਹੋ ਤਾਂ ਗਿਆ ਸਾਡਾ ਪਹਿਲਾ ਪੋਡਕਾਸਟ ਤਾਂ ਹੋ ਗਿਆ ਸੀ ਉੱਥੇ ਵੀ ਡਿਸਕਸ ਫਰੋਮ ਯੋਰ ਕੈਲਕਟਾ ਡੇਜ਼ ਟੂ ਯੋਰ ਫਾਦਰ ਯੂ ਆਰ ਲੂਜ਼ਿੰਗ ਯੋਰ ਬ੍ਰਦਰ printing press and then starting MTech and then I being a pain in the back and changing the name from MTech to Hatake and where we are in 23. So see, काफ़ी कुछ कर लिया and we discussed a lot of personal things also, 84 rights, how you got stuck and all those things. तो मैं वही सोची जा रहा ਸੀ ਕਿ ਤੁਸੀਂ ਮੈਨੂੰ ਪੁੱਛੀ ਜਾ ਰਹੇ ਹੋ ਕੱਲ ਪਰਸੋਂ ਦਾ ਕਿ ਪੁੱਛਣਾ ਕੀ ਹੈ ਤਾਂ ਮੈਂ ਕਿਹਾ ਮੇਰੇ ਕੋਲ ਤਾਂ ਕੁਝ ਹੈ ਨਹੀਂ ਪੁੱਛਣ ਨੂੰ ਬਟ ਆਈ ਸੌ ਦੀ ਪੋਡਕਾਸਟ ਅਗੇਨ ਜਿਹੜਾ ਅਸੀਂ ਕਰਿਆ ਸੀਗਾ ਕੱਲ ਰਾਤ ਨੂੰ ਦੁਬਾਰਾ ਦੇਖਿਆ ਮੈਂ ਇੱਕ ਚੀਜ਼ ਜਿਹੜੀ ਮੈਨੂੰ ਤੁਹਾਨੂੰ ਪੁੱਛਣੀ ਹੈ ਜੋ ਰਹੇਗੀ ਐਂਡ ਦੈਨ ਵੀਲ ਸੀ ਦੈਟ 2-3 ਥਿੰਗਸ ਆਈ ਹੈਵ ਜੋਟਡ ਡਾਊਨ ਆਈਲ ਆਸਕ ਐਂਡ ਦੈਨ ਵੀਲ ਰੈਪ ਅਪ ਵਾਟ ਇਜ਼ ਦ ਇੰਪੋਰਟੈਂਸ ਆਫ ਰਿਲੀਜਨ ਇਨ ਯੋਰ ਲਾਈਫ ਰਿਲੀਜਨ ਬਾਰੇ ਮੈਂ ਗੱਲ ਨਹੀਂ ਕੀਤੀ ਪਿਛਲੀ ਵਾਰ ਦੈਟ ਯੂਵ ਬੀਨ ਅ ਵੈਰੀ ਮਤਲਬ ਅਸੀਂ ਜਦੋਂ ਬਚਪਨ ਵਿੱਚ ਤੁਹਾਨੂੰ ਦੇਖਿਆ ਹੈ ਅ ਵੈਰੀ ਟਰੂ ਸਿੱਖਿਜ਼ਮ ਇਜ਼ ਸਮਥਿੰਗ ਸਿੱਖੀ ਨੂੰ ਤੁਸੀਂ ਬਹੁਤ proudly you vowed your religion very proudly, whether it is or right from your turban to your beard to your all the panch kakke ਜਿਹੜੇ ਅਸੀਂ ਸਿੱਖਿਜ਼ਮ ਵਿੱਚ ਕਹਿੰਦੇ ਆ how does your religion give you strength ਕੀ correlation ਹੈ ਦੋਨਾਂ 'ਚ maybe part of my being ਮੈਂ ਕਦੀ ਆਪਣੇ ਆਪ ਨੂੰ ਕਦੀ ਇਹ ਫੀਲ ਹੀ ਨਹੀਂ ਕੀਤਾ that I am something different or ਸਿੱਖੀ ਮੇਰੇ ਕੋਈ ਐਸਾ ਕੁਛ ਇੱਕ ਅਲੱਗ ਕੋਈ ਆਈਡੈਂਟੀਟੀ ਹੈਗੀ ਹੈ ਮੈਂ ਕਦੀ ਰਿਅਲਾਈਜ਼ ਹੀ ਨਹੀਂ ਕੀਤਾ ਆਈ ਥਿੰਕ ਦੈਟ ਇਜ਼ ਸਮਥਿੰਗ ਆਈ ਬਰੀਥ ਦੈਟਸ ਦ ਵੇ ਆਈ ਫੀਲ ਆਈ ਐਮ ਆਈ ਕੈਨੋਟ ਬੀ ਐਨੀਥਿੰਗ ਡਿਫਰੈਂਟ ਆਈ ਫੀਲ ਬੀਇੰਗ ਅ ਸਿੱਖ it gives you a lot of strength and empowerment, something which I have always felt blessed to be it. ਕਿਵੇਂ ਦਿੰਦੀ ਤੁਹਾਨੂੰ At times, see, I get my Sikhi from my father. Let's be very clear. Because I was born to a family where my father lived all through his life with very, high values. And he, like even today we have a Guru Maharaj Ji da Prakash ਸਾਡੇ ਘਰ ਹੈਗਾ ਪਾਪਾ ਨੂੰ ਮੈਂ ਹਮੇਸ਼ਾ ਦੇਖਦਾ ਰਿਹਾ and then you know that in our office also when we build up our new office the first thing which we did and I didn't follow anybody just I felt like doing it because that is the first
ever our own premises we bought, if you remember. That is our own. 2016, yeah. We were all through my life, I was on rental. You know, whenever we had our offices, we were always on rental. So this was the first space when we bought in 2016 in Mohali, Phase 8B. It just came instantly. कि गुरु महाराज दा मैं प्रकाश पहले गुरु महाराज दा प्रकाश, and on the top floor, on the fourth floor, in the front, we ਅਸੀਂ ਗੁਰੂ महाराज ਦਾ ਉੱਤੇ ਪ੍ਰਕਾਸ਼ ਕੀਤਾ, ਬਾਬਾ ਜੀ ਦੀ ਬੀੜ ਸਾਹਿਬ ਲੈ ਕੇ ਆਏ, ਐਂਡ ਉਹ ਦਿਨ ਤੇ ਅੱਜ ਦਾ ਦਿਨ, ਯੂ ਆਰ ਅਵੇਅਰ, ਸਾਡੇ ਉੱਥੇ ਸਿੰਘ ਸਾਹਿਬ ਆਉਂਦੇ ਨੇ, ਸਵੇਰੇ ਪਾਠ ਕਰਦੇ ਨੇ, ਰਾਤ ਨੂੰ ਆਪਣਾ ਜੋ ਵੀ ਸਾਡੇ ਬੇਸਿਕ ਜੋ ਸਿੱਖੀ ਦੇ ਜਿਹੜੇ ਹੈਗੇ ਨੇ ਉਹਨੂੰ ਪੂਰਾ ਕਰਦੇ। ਸੰਗਰਾਤ ਤੇ ਪ੍ਰਸ਼ਾਦ ਵੀ ਹੁੰਦਾ ਹੈ, ਸੰਗਰਾਤ ਪਾਠ ਦਾ ਭੋਗ ਪੈਂਦਾ ਹੈ, ਪਾਠ ਦਾ ਅਸੀਂ ਮਤਲਬ ਆਰੰਭ ਕਰਦੇ ਹਾਂ ਸੰਗਰਾਤ ਵਿੱਚ, ਫਿਰ ਦੁਬਾਰਾ ਭੋਗ ਪਾ ਕੇ ਫਿਰ ਆਰੰਭ ਕਰਦੇ ਹਾਂ, ਐਂਡ ਦਿਸ ਇਜ਼ ਬੀਇੰਗ ਗੋਇੰਗ ਔਨ ਐਵਰ ਸਿੰਸ। ਸੋ ਫॉर ਮੀ ਬੀਇੰਗ ਅ ਸਿੱਖ ਇਜ਼ ਨਥਿੰਗ very special. That's the way I feel I have been brought up. That's the way I identify myself. And deep down, बहुत कुछ इंडैप्ट किया गुरुआं तो, you know, in terms of building strength of rightfulness, being honest in your business, in your work, being honest in your, you know, relationships, and in, I think we people definitely are blessed. We people as in our community? Are the community. But at the same time, I think when I think about Sikh, I think about every other community. End of the day, whether, you know, every community in the world, what I see and if I think about, they deep down, they are very pure. It's not that as a community I feel that Sikhs are the only pure. I think every community, if you deep down, it's such a pure form. If we adopt ourselves, we can be such a great human being. That's one. But I'm going to come back to what you know, asked me the question, that how this has helped me. In my journey of my life, I had a lot of ups and downs. And again, by default, as I was born into a Sikh family, I saw my father, you know, living in those values. And suddenly, whenever I used to be in trouble, I used to go to Shri Darbar Sahib. And in an auto mode, this was nothing that anybody told me about it. But the moment I used to enter the Darbar Sahib, pay my respect, I used to have the urge to go to the Akal Takht Sahib. Some nahi hai. Some. Akal Takht Sahib de aage khada hoke main, I just used to be still there, standing, for maybe 5 minutes or 10 minutes or Your whatever darkest or darkest time was the most difficult time. देखे हुए हैं ऐसे. And every time I walked out of the Akal Takht Sahib, I have come out with so much of energy to fight those dark or the difficult times, and I have overcome them. So I feel all through my life that has been my biggest strength. And every time when I fall or every time when I'm in difficulty, I have my urge to go there. But Vaheguru di kirpa hai, saal ch ek wari, you have been very off late, you know, always been very vocal. Okay, let's go to Shri Darbar Sahib and Appa Matha Tek ke aana hai. So that's helped me also, you know, to do my part of that energy which I get from there, which takes care of my rest of the good times. ਸਭ ਤੋਂ ਵਧੀਆ ਚੀਜ਼ ਕੀ ਲੱਗਦੀ ਤੁਹਾਨੂੰ ਸਿੱਖੀ ਵਿੱਚ, ਸਿੱਖੀਜ਼ਮ ਵਿੱਚ? ਮਤਲਬ ਵਨ ਵੈਲਿਊ, ਆਫ ਕੋਰਸ ਸਾਰੀ ਚੀਜ਼ ਵਧੀਆ ਲੱਗਦੀ ਹੈ, ਬਟ ਇੱਕ ਚੀਜ਼ ਜੋ ਤੁਹਾਨੂੰ ਲੱਗਦੀ ਹੈ ਕਿ ਯਾਰ ਦਿਸ ਇਜ਼ ਸਮਥਿੰਗ ਦੈਟ ਇਜ਼ ਅ ਬਿਊਟੀਫੁਲ ਕਨਸੈਪਟ? What I feel in Sikhi is seva, giving it out. Amazing. ਕਿੰਨੀ ਕਮਾਲ ਦੀ ਸਾਡੀ ਗੁਰੂਆਂ ਨੇ ਸਾਨੂੰ ਇੱਕ ਕਿੰਨੀ ਵੱਡੀ ਕਿਰਪਾ ਦਿੱਤੀ ਹੈ ਕਿ ਚੀਜ਼ ਲੈ ਕੇ ਖੁਸ਼ੀ ਨਹੀਂ ਮਿਲਦੀ ਜਿੰਨੀ ਚੀਜ਼ ਦੇ ਕੇ ਖੁਸ਼ੀ ਮਿਲਦੀ ਹੈ। I think this is an amazing, and this is in the blood. You give to somebody who's in need. ਜਾਂ ਕੋਈ ਬੰਦਾ ਵਿਚਾਰਾ ਭਾਵੇਂ ਭੁੱਖਾ ਹੈ ਜਾਂ ਭਾਵੇਂ ਇੱਕ ਤੁਸੀਂ ਲੰਗਰ ਦਾ ਕੰਸੈਪਟ ਹੀ ਦੇਖ ਲਓ ਯਾਰ, ਕਿਆ ਕਮਾਲ ਦਾ ਕੰਸੈਪਟ ਹੈ। ਉੱਥੇ ਕੋਈ ਵੀ ਕਾਸਟ, ਕ੍ਰੀਡ, ਰਿਚ, ਪੂਅਰ ਕੋਈ ਨਹੀਂ ਹੈਗਾ। ਨੀਚੇ ਬੈਠੋਗੇ ਸੇਮ ਥਾਲੀ ਹੋਏਗੀ, ਥਾਲੀ ਵੀ ਡਿਫਰੈਂਟ ਨਹੀਂ ਹੋਏਗੀ, ਸੇਮ ਖਾਣਾ ਹੋਏਗਾ। ਐਵਰੀ ਗੁਰਪੁਰਬ ਮੈਂ ਪਹਿਲੇ ਘੰਟਾ ਸੇਵਾ ਕਰਦਾ, ਉਹਦੇ ਬਾਅਦ ਮੈਂ ਉੱਥੇ ਲੰਗਰ ਛਕਦਾ।
ਬਿਕੋਜ਼ ਉਹ ਜਦੋਂ ਤੁਸੀਂ ਸੇਵਾ ਕਰਕੇ ਜਦੋਂ ਤੁਸੀਂ ਸੇਵਾ ਕਰ ਰਹੇ ਹੁੰਦੇ ਨਾ, ਓ ਮਾਈ ਗॉड, ਉਹ ਫੀਲ ਹੀ ਅਲੱਗ ਹੈ। I think equality is something is Amazing. ਡੀਪ, ਜਿੰਨਾ ਡੀਪ ਜਾਓ ਨਾ, ਮੈਨੂੰ ਕਈ ਵਾਰ ਲੱਗਦਾ ਕਿ ਅਪੀਅਰੈਂਸ ਬਾਰੇ ਜ਼ਿਆਦਾ ਗੱਲਾਂ ਹੋ ਜਾਂਦੀ, ਜਿਵੇਂ ਪੱਗ ਐਂਡ ਆਲ ਦੋਸ ਕਾਈਂਡ ਆਫ ਥਿੰਗ, ਦੈਟਸ ਆਲਸੋ ਪਾਰਟ ਆਫ ਇਟ, ਬਟ ਆਈ ਥਿੰਕ that's not all about. ਹਾਂ, ਮਤਲਬ ਜੇ ਕੋਰ ਤੇ ਜਾਓ ਤਾਂ ਇਕੁਐਲਿਟੀ ਹੈ ਨਾ, ਮਤਲਬ ਜੋ ਤੁਸੀਂ ਜਿਹੜੀ ਗੱਲ ਕਹੀ ਸਾਰੀ ਕਮਿਊਨਿਟੀ ਬਾਰੇ ਵੀ ਸਰਬੱਤ ਦਾ ਭਲਾ ਹੈ, ਮਤਲਬ ਇਨ ਦੀ ਅਰਦਾਸ ਆਲਸੋ ਇਸ ਸੇਇੰਗ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ, ਮਤਲਬ ਲਿਟਰਲੀ ਸੇਇੰਗ ਕਿ ਪੂਰੀ ਦੁਨੀਆ ਦਾ ਭਲਾ ਹੋਏ, ਪੂਰੀ ਯੂਨੀਵਰਸ ਦਾ ਭਲਾ ਹੋਏ, ਹੈ ਨਾ, ਮਤਲਬ ਦੈਟਸ ਨਾਟ ਕਿ ਸਾਡਾ ਭਲਾ ਹੋਏ, ਕਿ ਪੂਰੀ ਦੁਨੀਆ ਖੁਸ਼ ਰਹੇ, ਜੋਇਨੈਸ, ਲਵ, ਸਪਰੈਡਸ, ਐਂਡ ਦੈਟਸ ਇਨ ਦਾ ਬਲੱਡ। ਜਿਹੜਾ ਵੀ ਦੁਨੀਆ ਵਿੱਚ, ਐਂਡ ਇਹ ਨਹੀਂ ਕਿ ਸਿੱਖ ਇਕੱਲਾ ਹੀ ਹੈਗਾ, ਜਿਹੜਾ ਵੀ ਪੰਜਾਬੀ ਤੁਸੀਂ ਦੇਖੋ ਅਕ੍ਰੋਸ ਦਾ ਵਰਲਡ, ਉਹਦੇ ਅੰਦਰ ਉਹ ਸਿੱਖੀ ਹੈਗੀ ਹੈ, ਡੀਪ ਡਾਊਨ ਇਨ ਹਿਸ। ਵੈਨ ਯੂ ਸੇ ਸਿੱਖੀ ਹੈਗੀ ਐਜ਼ ਇਨ, ਮਤਲਬ ਜੋ ਪੱਗ ਬਣ ਰੱਖਦਾ ਹੈ ਜਾਂ ਟਰੂਲੀ ਦੇਖੋ ਇਸ ਤਰ੍ਹਾਂ ਨਾ, ਉਹਦਾ ਤੇ ਚਲੋ ਇੱਕ ਸ਼ਾਨ ਹੈ, ਇੱਕ ਪਹਿਚਾਨ ਹੈ, ਆਈਡੈਂਟੀਟੀ, ਇੱਕ ਆਈਡੈਂਟੀਟੀ। ਉਹਨੂੰ ਤੇ ਉਹ ਤੇ ਜਿਹੜੀ ਚੀਜ਼ ਹੈਗੀ ਹੈ ਉਹ ਤੇ ਹੈ ਹੀ ਹੈ, ਉਹ ਤੇ ਗੁਰੂਆਂ ਨੇ ਜਿਹੜੀ ਦਿੱਤੀ ਹੈ ਉਹ ਤੇ ਆਪਣੀ ਜਗ੍ਹਾ ਹੈਗੀ ਹੈ। ਬਟ ਵੈਨ ਯੂ ਸੀ ਅ ਵੈਰੀ ਬ੍ਰੌਡਰ meaning of a Sikhi, I think everybody who has this basic nature of giving it out and seva da pavna, and reaching out to the people who are in need and then doing it without, can you imagine ਸਾਡੇ ਗੁਰਦੁਆਰਿਆਂ ਵਿੱਚ ਕਿੰਨੀਆਂ ਜਾ ਕੇ ਲੋਕੀ ਚੜਾਵਾ ਚੜਾਉਂਦੇ ਨੇ, to the extent of the gold jewelry, and they don't want to be named, anonymous। ਇੱਥੇ ਤਾਂ ਥੋੜਾ ਤੁਸੀਂ ਕਿਸੇ ਨੂੰ ਡੋਨੇਸ਼ਨ ਦਾਨ ਦੀ ਜਰਾ ਨਾ ਪਾ ਦਿਓ ਜੀ ਮੇਰਾ, son of father of, that's an unbelievable empowerment, what you feel within again. So I think that's what I understand the meaning of a Sikhi. I'm blessed. I got that strength from my father, and I am deeply indebted to him for leaving behind a man who could lead his rest of his life under the guidance of Guru Sahib. That's it. ਮੇਰੇ ਨਾਲ ਸਰ ਇਹ ਹੁਣੇ ਨਾ ਰੀਸੈਂਟ ਇਨਸੀਡੈਂਟ ਹੋਇਆ, ਮਤਲਬ ਹੁਣ ਅਸੀਂ ਵੀ ਆਰ ਰਿਕਾਰਡਿੰਗ ਬਟ ਇਨ ਜਨਵਰੀ ਇਨ 26 ਐਂਡ December last week is always a very painful month for all the Sikhs across, because ਸ਼ਹੀਦੀ ਦਿਹਾੜਾ ਹੁੰਦਾ ਹੈ, all the ਚਾਰ ਸਾਹਿਬਜ਼ਾਦੇ ਆਫ 10th ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦ ਹੋਏ ਸੀਗੇ, ਵੱਡੇ ਵਾਲੇ ਦੋ ਸਾਹਿਬਜ਼ਾਦੇ ਚਮਕੌਰ ਸਾਹਿਬ ਦੇ ਬੈਟਲ 'ਚ ਹੋਏ, ਅਤੇ ਜਿਹੜੇ ਛੋਟੇ ਵਾਲੇ ਸਾਨੂੰ ਪਤਾ ਹੀ ਹੈ ਵੀ ਆਪਣਾ ਫਤਿਹਗੜ੍ਹ ਸਾਹਿਬ 'ਚ ਜਿਵੇਂ ਹੋਇਆ। ਅਤੇ ਮਤਲਬ ਮੈਨੂੰ ਯਾਦ ਹੈ ਕਿ ਅਸੀਂ ਪਿਛਲੇ ਸਾਲ ਵੀ ਗਏ ਸੀ ਉੱਥੇ, ਫਤਿਹਗੜ੍ਹ ਸਾਹਿਬ ਵੀ ਵੈਂਟ, ਚਮਕੌਰ ਸਾਹਿਬ ਵੀ ਵੈਂਟ, ਐਂਡ ਸੁਣ ਕੇ ਘਬਰਾਹਟ ਤਾਂ ਹੁੰਦੀ ਹੈ ਕਿ ਯਾਰ ਛੋਟੇ ਬੱਚੇ ਹੈ ਨਾ, ਮਤਲਬ ਉਹਨਾਂ ਨੂੰ ਤੁਸੀਂ ਜੋ ਹੋਇਆ ਮਤਲਬ ਐਕਸਪਲੇਨ ਵੀ ਨਹੀਂ ਕੀਤਾ ਜਾਂਦਾ ਨਾ ਕਿ ਉਹ ਸਾਹਿਬਜ਼ਾਦਿਆਂ ਨਾਲ, ਛੋਟੇ ਸਾਹਿਬਜ਼ਾਦਿਆਂ ਨਾਲ ਜੋ ਹੋਇਆ, ਬਟ ਮੈਂ ਕਦੀ ਰਿਲੇਟ ਨਹੀਂ ਕਰ ਸਕਿਆ। ਸੋ ਵੈਨ ਆਈ ਸੇ ਰਿਲੇਟ ਇਜ਼ ਦੈਟ ਅੱਜ ਵੀ ਨਹੀਂ ਮੈਂ ਰਿਲੇਟ ਕਰ ਸਕਦਾ ਕਿ ਮਤਲਬ ਹਾਊ ਕੈਨ ਸਮਵਨ, ਕਿ ਬੱਚੇ ਕਿਵੇਂ ਕੋਈ ਬੋਲ ਸਕਦਾ ਵੀ ਜਾਣ ਦਿਓ, ਹੈ ਨਾ, ਐਂਡ ਉਹ ਵੀ ਉਹ ਬੱਚੇ ਕਿ ਉਹ ਸਾਹਿਬਜ਼ਾਦੇ ਕਿ ਉਹ ਕਹਿਣ ਕਿ ਅਸੀਂ ਵਿਲਿੰਗਲੀ ਜਾ ਰਹੇ ਹਾਂ, ਇਹ ਨਹੀਂ ਕਿ ਅਸੀਂ ਕੋਈ ਪ੍ਰੈਸ਼ਰ ਵਿੱਚ ਅਸੀਂ ਆਪਣਾ ਧਰਮ ਬਦਲਣ ਨਹੀਂ, ਅਸੀਂ ਵਿਲਿੰਗਲੀ ਜਾ ਰਹੇ, ਇਹ ਨਹੀਂ ਕਿ ਫਾਦਰ ਬੋਲ ਰਹੇ। ਇੱਕ ਤਾਂ ਫਾਦਰ ਦੀ ਅਲੱਗ ਉਹਦੀ ਗ੍ਰੇਟਨੈਸ ਤਾਂ ਇੱਕ ਹੈ ਹੀ ਹੈ, ਬਟ ਬੱਚਿਆਂ ਦੀ ਵੀ ਇਕੁਅਲੀ ਗ੍ਰੇਟਨੈਸ ਹੈ ਕਿ ਉਹ ਵਿਲਿੰਗਲੀ ਜਾ ਰਹੇ ਆ। ਸੋ ਮੈਂ ਜਦੋਂ ਦਿੱਲੀ ਸੀਗਾ ਅਤੇ ਮੈਂ ਬੰਗਲਾ ਸਾਹਿਬ ਗਿਆ ਜਿਸ ਦਿਨ ਸ਼ਹੀਦੀ ਦਿਹਾੜਾ ਸੀਗਾ ਛੋਟੇ ਸਾਹਿਬਜ਼ਾਦਿਆਂ ਦਾ, ਅਤੇ ਮੈਂ ਨਾ ਵੈਸੇ ਹੀ ਬੈਠਾ ਸੀਗਾ ਉਸ ਸਰੋਵਰ ਦੇ ਨੇੜੇ, ਅਤੇ ਮੈਂ ਕਿਹਾ ਮੈਂ ਨਾ ਲੈਟ ਮੀ ਰਿਕਾਰਡ ਸਮਥਿੰਗ, ਕਿ ਵੀ ਕਿਉਂਕਿ ਇਹ ਟਾਈਮ ਤਾਂ ਹੁੰਦਾ ਹੀ ਹੈ ਕਿ ਵੀ ਥੋੜ੍ਹਾ ਮਤਲਬ ਸੀਗਾ ਕਿ ਇੱਕ ਮੈਸੇਜ ਬਣਾ ਕੇ ਕਹੀਏ ਕਿ ਗੁਰਦੁਆਰੇ ਤੁਸੀਂ ਜਾ ਪਾਓ ਨਾ, ਅਤੇ ਮੈਂ ਰਿਕਾਰਡ ਕਰ ਪਾਇਆ, ਮੈਂ ਕੁਝ ਬੋਲ ਹੀ ਨਹੀਂ ਪਾਇਆ, ਬਿਕੋਜ਼ ਨਾਓ I can feel what it does, that since I have a daughter now, कि ਇਹ ਤਾਂ impossible ਹੈ, like this is near to impossible, right? You cannot, ਮਤਲਬ ਤੁਸੀਂ ਆਪਦੇ ਬੱਚੇ ਨੂੰ ਤਾਂ ਨਹੀਂ ਸ਼ਹੀਦ ਹੋਣ ਦੇ ਸਕਦੇ ਨਾ, impossible ਹੈ, ਮਤਲਬ this is a thought ਕਿ ਇਹ ਤਾਂ ਹੋ ਹੀ ਨਹੀਂ ਸਕਦਾ। ਐਂਡ ਮੈਂ ਨਾ ਗੱਲ ਵੀਡੀਓ ਰਿਕਾਰਡ ਕਰ ਰਹੇ ਸੀ ਨਾ, I got a little emotional ਕਿ ਵੀ ਯਾਰ, and I could not speak anything। ਉਹ ਤੁਸੀਂ ਅਗਰ ਮੇਰੀ ਵੀਡੀਓ ਦੇਖੋਗੇ ਉਹਦੇ ਮੈਂ ਕੁਝ ਬੋਲ ਹੀ ਨਹੀਂ ਪਾ ਰਿਹਾ, I'm like I don't have any words, and then you go more deeper into it, ਇਸ ਤੋਂ ਵੱਧ ਸੈਕਰੀਫਾਈਸ ਕੀ ਕੋਈ ਕਰ ਸਕਦਾ। I think ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤੇ I think it's just you have to be just silent, and because you cannot even imagine to the extent what he's done for the humanity in large, setting an example which I don't think so you can find out anywhere. ਕਿਤੇ ਵੀ ਨਹੀਂ, ਹਿਊਮਨ ਹਿਸਟਰੀ 'ਚ ਨਹੀਂ ਹੈ ਕਿਤੇ, You will never find it. Yeah. And then
ਯੂ نو ਕਈ ਵਾਰੀ ਮੈਂ ਆਪਣੇ ਆਪ ਨੂੰ ਜਦੋਂ ਸੋਚਦਾ ਯਾਰ ਇੰਨਾ ਵੱਡਾ ਇਸ ਤਰ੍ਹਾਂ ਇਹ ਗੁਰੂ ਹੋ ਸਕਦਾ ਹੈ ਜਿਨਨੇ ਸਭ ਕੁਝ ਬਲੀਦਾਨ ਕਰਕੇ ਆਪਣੇ ਆਪ ਨੂੰ ਵੀ ਆਈਡਲਾਈਜ਼ ਨਹੀਂ ਕਰਨ ਦੀ ਕੋਸ਼ਿਸ਼ ਕੀਤੀ। ਕਹਿੰਦੇ ਜੀ ਹੁਣ ਅੱਗੇ ਤੋਂ ਗੁਰੂ ਮਾਨਿਓ ਗ੍ਰੰਥ ਸਾਹਿਬ ਜੀ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਗੁਰੂ ਬਣਾਤਾ। ਮਤਲਬ ਇਹ ਡਿਸੀਜ਼ਨ ਲੈਣਾ ਵੀ ਕਿੰਨੀ ਵੱਡੀ ਗੱਲ ਹੈ। ਆਪਣਾ ਮੈਂ ਮੇਰਾ ਡੀਪ ਡਾਊਨ ਐਵਰੀਬਾਡੀ ਹੈਜ਼ ਅ ਈਗੋ ਯਾਰ ਨਹੀਂ ਆਈ ਹੈਵ ਟੂ ਬੀ, ਮੈਂ ਇੰਨਾ ਕੁਝ ਕੀਤਾ, ਇੰਨਾ ਕੁਝ ਦੇ ਦਿੱਤਾ ਤੇ ਪੀਪਲ ਸ਼ੁਡਨਟ, ਬਟ ਨਹੀਂ। So I think yes, we owe a lot to the gurus who have shown us the path, and I think we do have a lot of sense of responsibilities further to ensure that we are good humans. Yeah. And we should always stand by the humanity, and wherever there is a need, and again I always say the seva and the giving, jada hai na lena har banda chahanda hai manu kuch mile, दे के और खुशी प्राप्त करना आई थिंक इट्स अ वेरी रेयर, विच आई सी दैट एज अ सिख वी डू फील प्राउड। ਸੋ ਮੈਂ ਕਿਹਾ ਇਹ ਪੁੱਛਿਆ ਨਹੀਂ ਸੀ ਤੁਹਾਨੂੰ ਮੈਂ ਲਾਸਟ ਟਾਈਮ, ਮੈਂ ਇਹ ਪੁੱਛ ਲਈ ਰਿਲੀਜਨ ਦੇ ਪਾਰਟ 'ਤੇ। ਬਾਕੀ ਸਰ ਮੈਂ ਦੋ ਲੋਕ ਜਦ ਲੜਦੇ ਹੈ ਉਹ ਕਿਵੇਂ ਕਨਫਲਿਕਟ ਸੋਲਵ ਕਰਨਾ ਚਾਹੀਦਾ ਉਹਨਾਂ ਦਾ? ਪਰਸਨਲ ਲਾਈਫ ਵਿੱਚ, ਪ੍ਰੋਫੈਸ਼ਨਲ ਲਾਈਫ ਵਿੱਚ ਲੋਕ ਲੜੀ ਜਾਂਦੇ ਹੈ, ਯੂ ਕੀਪ ਹੀਅਰਿੰਗ। ਅੱਛਾ, ਸੋ ਵੈਨ ਯੂ ਹੀਅਰ ਸਮਥਿੰਗ ਲਾਈਕ ਐਜ਼ ਅਬਸਰਡ ਐਜ਼ there are so many examples, you're also a great circle, so many examples, like when you hear something as if ki yaar beta ਜਦੋਂ ਤੱਕ ਬਾਪ ਜ਼ਿੰਦਾ ਸੀਗਾ ਤੇ ਬੇਟਾ ਔਰ ਬਾਪ ਗੱਲ ਨਹੀਂ ਕਰਦੇ ਸੀਗੇ ਆਪਸ ਵਿੱਚ, they were living, the children would not see their parents when they were alive, that they were not talking for 20 years, and the moment let's say the father or the mother ਪੂਰੇ ਹੋ ਜਾਂਦੇ, they die, and then the children start crying and ਉਹ ਭੋਗ ਮਨਾਉਂਦੇ ਆ, ਦੇਖੋ ਜੀ ਦੇਖੋ 20 ਸਾਲ ਗੱਲ ਨਹੀਂ ਕੀਤੀ। like what is your reaction when you hear things like this, or when you hear things like father ਨੇ ਆਪਣੇ ਬੇਟੇ ਨੂੰ ਘਰ ਤੋਂ ਬਾਹਰ ਕੱਢਤਾ, ਉਹਦੇ ਨਾਲ ਗਲਤ ਕਰਤਾ, ਜਾਂ ਵਾਈਸ ਵਰਸਾ ਬੇਟੇ ਨੇ ਔਰ ਜਾਂ ਬੇਟੀ ਨੇ ਆਪਣੇ ਪੇਰੈਂਟਸ ਨਾਲ ਬੜਾ ਗਲਤ, ਕੀ ਰੌਲਾ ਕੀ ਹੈ ਸਰ? ਕਿਉਂ ਇਹ ਇੰਨਾ ਫੈਮਿਲੀ ਕਨਫਲਿਕਟਸ ਕਿਉਂ ਵਧੀ ਜਾ ਰਿਹਾ ਅੱਜ ਦੇ ਟਾਈਮ ਵਿੱਚ 2026? You keep hearing the every single day. What is your thought process on that? See, you asked many questions. Many questions I've asked, yeah. But I'll just sum it up into two parts. One, when you said how do you solve a conflict, within the relationship, I think the only way which I've tried to practice, I don't say that I've been very successful all the time, but which I keep doing, I've been doing with my parents, I've been doing with my wife, your mother, and a lot with you, or partially with Harkirat or whoever. Komal te mera kadi dispute zyada na hoya hi nahi. Mainly, I feel that it's not necessary when there is a dispute which is coming up, you need to instantly solve it. Time, I have always believed in that you need to give time to a conflict to resolve. But you cannot keep it pending at the same time. Let me be very clear. If you keep it pending, it's going to go worse. So you should know where to balance. I would not say this art I'm learning to balance. Evolve hoye tusi? I've evolved. Yeah. Because पहले मैं उन्होंने एक लॉन्ग रूप देना सीखा. You would want to find a solution there and then. Partially, I was successful, but then I realized, no, this is again going wrong, because you cannot leave it pending. So, but it's very important that when you are in the heat of that conflict, you should give time, so that, because मैं हमेशा ही believe करता रिश्ते तोड़ने तो एक मिनट लगता है. You create an issue, you split, but रिश्ते जोड़ना, I think, is the most difficult task in the world. रिश्ते बना के उन्होंने सामना, बट उदा जरा नशा है, अगर तुसी रिश्ते साम लिया, वो नशा ही अलग है. बट पेशेंस तो है नहीं किसी को लाते टाइम. ईगो कितनी ज़्यादा सारे मैं सही हाँ तुसी गलत हो. दिस इज, आई एग्री, भावें जितना मर्जी है, एक कोई मेडिसिन ही एक ही दवा है दी, कोई और दवा नहीं है. तुसी जे उत्थे कॉन्फ्लिक्ट कहो जी हुणे ही फैसला चाहिए है, surely you are going to either split or you're going to go bad.
They may be rarest of the rare where there's a massive serious conflict and you instantly resolved it. There may be cases, but in general it doesn't happen. So you always end up parting. So for me, when you speak of relationship, you need to give time for any part of a conflict and anything going wrong, so that time, generally ਅਸੀਂ ਬੋਲਦੇ ਵੀ ਨਾ, time is the biggest healer. But ਇੱਥੇ ਤੁਸੀਂ conflict ਗੱਲ ਕੀਤੀ ਹੈ. ਜਦੋਂ conflict ਹੁੰਦਾ ਹੈ, ਉਹਨੂੰ ਥੋੜਾ ਜਿਹਾ ਤੁਸੀਂ gap ਦਿੰਦੇ ਹੋ, ਤੇ you start reasoning on the conflict and you surely will come to some kind of and ultimately each one has to give in. You move one step or two step, the other person also feels that, nahi yaar, if he's moved it, why not? So generally that is the first part. रिश्ते निभाने बड़ा पेनफुल है. Always remember that. If you feel that you are going to maintain a relationship and you want to be in the best of your moment or your forget it. It's surely painful. तोड़ने ज़्यादा आसान है. मैं कह रहा रिश्ते रखने, पहली गलती you need to understand, it's a very deep meaning. रिश्ते संभालने पेनफुल है. When I say painful means it has a certain order of sacrifices. ਬੜੀਆਂ ਤੁਹਾਨੂੰ ਆਪਣੀ ਈਗੋ ਨੂੰ ਮਾਰਨਾ ਪੈਂਦਾ ਹੈ, ਬੜੀਆਂ ਹਉਮੈ ਨੂੰ ਮਾਰਨਾ ਪੈਂਦਾ ਹੈ, ਤੁਹਾਨੂੰ ਗਿਵ ਇਨ ਕਰਨਾ ਪੈਂਦਾ ਹੈ. ਤੁਹਾਨੂੰ ਪਤਾ ਹੁੰਦਾ ਕਈ ਵਾਰੀ, ਯਾਰ ਆਈ ਐਮ ਨਾਟ ਰੋਂਗ ਹੀਅਰ, ਬਟ ਸਟਿਲ ਯੂ ਹੈਵ ਟੂ ਗਿਵ ਇਨ ਫॉर ਮੇਨਟੇਨਿੰਗ ਅ ਰਿਲੇਸ਼ਨਸ਼ਿਪ. ਇਟਸ ਪੇਨਫੁਲ ਪ੍ਰੋਸੈਸ. मैं एक कोट पढ़िया, ये ना पता नहीं वीडियो देखी मैं, ਉਹਦੇ 'ਚ ਨਾ ਦੋ ਬਜ਼ੁਰਗ मतलब ਮਿਡ 80s ਵਿੱਚ ਹੋਣਗੇ. ਦੋ ਬਜ਼ੁਰਗ ਨਾ ਇੱਕ ਦੂਜੇ ਨੂੰ ਔਰ ਨਾਲ ਰੋਟੀ ਖਿਲਾ ਰਹੇ, ਇੱਕ ਕਿਸ ਨੂੰ ਬਾਈਟ ਕਰਾ ਰਹੇ, ਅਤੇ ਨੀਚੇ ਲਿਖਿਆ ਹੋਇਆ ਸੀਗਾ ਕਿ ਇਹਨਾਂ ਨੇ ਆਪਣੀ ਲਾਈਫ ਵਿੱਚ ਇੱਕ ਦੂਜੇ ਨੂੰ ਕਿੰਨੀ ਵਾਰ ਫੋਰਗਿਵ ਕੀਤਾ ਹੋਏਗਾ ਟੂ ਰੀਚ ਹੇਅਰ. ਕਿੰਨੀ ਡੀਪ ਚੀਜ਼ ਹੈ. ਮਤਲਬ ਮਿਡ 80s ਵਿੱਚ ਹੋਣਗੇ ਅਤੇ ਇੱਕ ਦੂਜੇ ਨੂੰ ਨਾ, ਦੋ ਭਰਾ ਹੈ, ਟੂ ਬ੍ਰਦਰਸ ਐਟ ਦੈਟ ਏਜ, ਕਿ ਕਿੰਨੀ ਵਾਰ ਦੋਨਾਂ ਨੇ ਇੱਕ ਦੂਜੇ ਨੂੰ ਫੋਰਗਿਵ ਕੀਤਾ ਹੋਏਗਾ ਟੂ ਰੀਚ ਵੇਅਰ ਦੇ ਆਰ. But Simar, why do we go for ਅਸੀਂ ਦੂਰ ਕਿਉਂ ਜਾਈਏ? Let's talk about each other. No, let's about us. अपनी गल करते हैं. I'm right here sitting in front of you, where I'm there to answer all your question. And I just was completing a statement of where I said, रिश्ते को निभाने के लिए it's very painful, right? Okay. Now what's the जे मैं painfully कहता, then it's not worthy, no? Yeah. फिर सोचता कि यार is it really worth? Yeah. Now just imagine the worth and the blessing. If you are going through a process of pain and you still want to live with that pain, why? Because the net result and the end is an amazing. Oh, nasha hai. Now imagine I'm 62, as approaching, as we just spoke earlier. At this age of my life, I'm staying with my mother, right? I sleep seeing her, I wake up seeing her. I have my wife, I have my children with me, I have you standing by me, I have my daughter-in-law, my daughter, my son-in-law, each one of us, we are together. If we are together, do you think it was easy? It was painful. But having my mother still being with me and staying with my mother at this age, ਇਸ ਤੋਂ ਵੱਡੀ ਫੀਲਿੰਗ ਨਹੀਂ ਹੋ ਸਕਦੀ. ਔਰ ਮੈਂ ਹਮੇਸ਼ਾ ਤੁਹਾਨੂੰ ਇਹ ਗੱਲ ਕਹੀ ਹੈ, ਆਈ ਡੋਂਟ ਸੇ ਦ ਵਰਡ ਆਈ ਡਿਸਲਾਈਕ ਪੀਪਲ. Here I am little over emotional. I'm sorry I'm using my words. I hate people who do this. कि जब तक ਤੁਹਾਡੇ ਵੱਡੇ ਪੇਰੈਂਟਸ ਜਿਉਂਦੇ ਹੈਗੇ ਨੇ, you don't know to respect them. And when they part off, ਸਭ ਤੋਂ ਪਹਿਲੇ ਤੁਸੀਂ ਉਹਨਾਂ ਦੀ ਇਹ ਫੋਟੋ ਦੀਵਾਰ ਚੜ੍ਹਾ ਕੇ, ਉਹਨਾਂ ਨੂੰ ਹਾਰ ਚੜ੍ਹਾ ਕੇ ਉਹਨਾਂ ਨੂੰ ਪੂਜਣਾ ਸ਼ੁਰੂ ਕਰ ਦਿੰਦੇ ਹੋ. ਮੈਂ ਇਹ ਫੀਲਿੰਗ ਨੂੰ ਹੇਟ ਕਰਦਾ. ਜਿਹੜੇ ਬੰਦੇ ਕਦੀ ਤੁਸੀਂ ਬੋਲਦੇ ਨਹੀਂ ਹੇਟ, ਹੈ ਨਾ? ਪਹਿਲੀ ਵਾਰੀ ਇਹ ਵਾਲੀ ਤੁਸੀਂ ਸਿਰਫ ਇਹ ਵਾਲੀ ਫੀਲਿੰਗ ਨੂੰ ਹੇਟ ਬੋਲਦੇ ਹੋ ਹਮੇਸ਼ਾ. ਮੈਂ ਅਦਰਵਾਈਜ਼ ਯੂ ਵਿਲ ਸੀ ਆਈ ਨੈਵਰ ਯੂਜ਼ ਦ ਵਰਡ ਟਰਮੀਨੋਲੋਜੀ ਆਫ ਹੇਟ. ਬਟ ਇੱਥੇ ਮੈਨੂੰ ਨਾ ਬਰਦਾਸ਼ਤ ਹੀ ਨਹੀਂ ਹੁੰਦਾ, ਯਾਰ ਇਹ ਬੰਦਾ ਇਹ ਨਹੀਂ ਕਰ ਸਕਦਾ ਯਾਰ. ਕੀ ਪਤਾ ਯਾਰ ਉਹਦੇ ਪੇਰੈਂਟਸ ਗਲਤ ਹੋਣ. ਮੈਂ ਕਹਿੰਦਾ ਦੇਖੋ ਪਤਾ ਕੀ ਹੈ, ਮਤਲਬ ਪੇਰੈਂਟਸ ਤਾਂ ਨਹੀਂ ਹਰ ਟਾਈਮ ਸਹੀ ਹੋ ਸਕਦਾ. ਪਹਿਲੀ ਗੱਲ ਤੇ ਵਾਟ ਡੂ ਯੂ ਥਿੰਕ ਦੈਟ ਇਹ ਕੋਈ ਪੇਰੈਂਟਸ ਆਰ ਬੋਰਨ ਐਜ਼ ਬੀਇੰਗ ਰਾਈਟ?
you are also you are already become a parent. We all want to evolve around to be a parent, no? So कोई right तो नहीं कि parent कभी गलत नहीं हो सकते. Parent can surely be wrong, but there is a certain onus of something you have to give back without even questioning. When I was a kid, I was a nuisance for my mother. She didn't. Okay, ਅਸੀਂ ਕਹਿੰਦੇ ਨਾ ਮਮਤਾ ਹੈ. ਚਲੋ ਇੱਕ ਮਦਰ ਇੱਕ ਪੇਰੈਂਟਸ ਦਾ ਮਮਤਾ ਹੁੰਦਾ ਹੈ. ਜਿਸ ਤਰ੍ਹਾਂ ਤੁਸੀਂ ਅੱਜ ਸਹਿਰੋਂ ਜਿੰਨਾ ਪਿਆਰ ਕਰਦੇ ਹੋ, ਉਹ ਇਨਹੈਰੈਂਟ ਫੀਲਿੰਗ ਹੈ. ਮੇਰੇ ਮਾਂ ਲਈ ਵੀ ਤਾਂ ਮੇਰੀ ਉਹੀ ਇਨਹੈਰੈਂਟ ਫੀਲਿੰਗ ਸੀ ਨਾ. ਬਟ ਵੈਨ ਆਈ ਹੈਵ ਗਰੋਨ ਅਪ, I have my own family, but I cannot give up those, what she's done for me to make me what I am today. I have to give it back to her. So it's a payback time. ਜੇ ਬੰਦਾ ਇਹ ਸੋਚਣਾ ਸ਼ੁਰੂ ਕਰ ਦੇਗਾ ਨਾ, ਗਲਤੀਆਂ ਉਹਨਾਂ ਦੀਆਂ 100 ਹੋਣਗੀਆਂ, ਬਟ ਤੁਹਾਨੂੰ ਦਿਖਣੇ ਉਹ ਤੁਸੀਂ ਨਾ ਗਲਤੀ ਨੂੰ ਓਵਰਲੁੱਕ ਕਰਨਾ ਸ਼ੁਰੂ ਕਰ ਦੋਗੇ. ਗਲਤੀਆਂ ਫਿਰ ਵੀ ਹੋਣਗੀਆਂ. You will start overlooking their mistakes. No parent is ever right. You think that I have never done wrong? I may have done so many mistakes. तेरे को तो लंबी किताब से बना देगा मेरी. Maybe dad, these are all wrong things you have done, and maybe they were correct. No parent can ever be right. But we have to draw a line. But how can a child pay back to their parents? Payback ਤਾਂ ਕਦੀ ਕਰ ਹੀ ਨਹੀਂ ਸਕਦਾ. ਤੁਸੀਂ ਕਹਿ ਰਹੇ ਹੋ payback. The least. ਮਤਲਬ ਇਹ payback ਤਾਂ ਨਹੀਂ ਕਰ ਸਕਦਾ. That's the least. ਕਰ ਸਕਦਾ payback. ਯਾਰ ਅੱਛਾ ਤੁਸੀਂ ਇੱਥੇ ਤਾਂ payback ਕਹਿੰਦੇ ਕਰ ਨਹੀਂ ਸਕਦੇ. ਉੱਤੋਂ ਤੁਸੀਂ ਆਪਣੇ ਪੇਰੈਂਟਸ ਨੂੰ ਲਾਂਤਾ ਵੀ ਦਿੰਦੇ ਹੋ. ਫਿਰ ਤੁਸੀਂ ਪੇਰੈਂਟਸ ਨੂੰ ਤੁਸੀਂ ਘਰੋਂ ਬਾਹਰ ਵੀ ਕੱਢ ਦਿੰਦੇ ਹੋ. ਤੁਸੀਂ ਆਪਣੇ ਪੇਰੈਂਟਸ ਨੂੰ ਛੱਡ ਵੀ ਦੇ ਦਿੰਦੇ ਹੋ. ਤੁਸੀਂ ਉਹਨਾਂ ਨਾਲ ਗੱਲ ਵੀ ਨਹੀਂ ਕਰਦੇ. ਉਹ ਕੀ ਮਤਲਬ ਹੈ? ਡੂ ਯੂ ਹੈਵ ਦੈਟ ਰਾਈਟ? ਯੂ ਹੈਵ ਨੋ ਰਾਈਟ ਔਨ ਦੈਟ. Even if they are wrong, give them that kind of because I think at certain age, the parent, they all look, what does mama expects from me? Just the love and the respect. Time, yeah. And the time. Yeah. ठीक है जी. And she knows, सवेरे मैं निकल जाना, राती में आना, but she also knows that I cannot go back, even if I come at 12:30 in the night. Yeah. I have to go to her room, look at her, bid her good night, touch her, go back to my room to sleep. That's it. But ਕਈ ਵਾਰ ਲੈਟਸ ਸੇ ਇਹਦਾ ਤੁਸੀਂ ਇੱਕ ਆਈਡੀਅਲ ਸਿਨੈਰੀਓ 'ਚ ਗੱਲ ਕਰ ਰਹੇ ਹੋ ਨਾ, ਮੈਂ ਫਰੋਮ ਅ ਚਾਈਲਡ ਪੁਆਇੰਟ ਆਫ ਵਿਊ ਨਾ, ਕਿ ਮਤਲਬ ਮਿਡ 40s ਵਿੱਚ ਬੱਚਾ ਹੋ ਗਿਆ, ਉਹਦਾ ਜੈਨੂਇਨਲੀ ਧੱਕਾ ਕੀਤਾ ਹੈ ਉਹਦੇ ਘਰਦਿਆਂ ਨੇ, ਉਹ ਕਿਵੇਂ ਡੀਲ ਕਰੇ? ਚੰਗਾ ਬੰਦਾ ਹੈ, ਮੰਨ ਲਓ ਚੰਗਾ ਬੰਦਾ ਹੈ, ਮਤਲਬ ਸਾਰਾ ਕੁਝ ਚੰਗਾ, ਉਹਨੇ ਬੜੀ ਸੇਵਾ ਕੀਤੀ. ਇਹ ਵੀ ਤਾਂ ਉਲਟ ਕਿੰਨੀ ਵਾਰ ਤਾਂ ਸਿਰਫ ਸੋਸਾਇਟੀ 'ਚ ਰਹਿੰਦੇ ਹਰ ਚੀਜ਼ ਦੇਖਦੇ ਹੀ ਹੈ. ਦੇਖੋ ਵਨ ਸਾਈਡ ਆਫ ਦ ਸਟੋਰੀ ਇੱਕ ਹੁੰਦੀ, ਦੂਸਰੀ ਸਾਈਡ ਹੁੰਦੀ ਹੈ. ਉਹ ਕਿਵੇਂ ਡੀਲ ਕਰੇ? ਮੈਂ ਫੀਲ ਕਰਦਾ ਕਿ ਯੈਸ ਇਹ ਦੁਨੀਆ ਹੈ, ਕਲਯੁਗ. ਮੰਨਦੇ ਹੋ ਤੁਸੀਂ ਕਲਯੁਗ 'ਚ? ਆਪਾਂ ਕਲਯੁਗ ਸਵਰਗ ਸਭ ਇੱਥੇ ਹੀ ਹੈ. ਬਿਯੋਂਡ ਤੇ ਮੈਂ ਨਰਕ ਸਵਰਗ ਇੱਥੇ ਹੀ ਹੈ. ਐਵਰੀਥਿੰਗ ਇਜ਼ ਹੇਅਰ ਓਨਲੀ. ਐਂਡ ਦੇਰ ਆਰ ਲੋਟ ਆਫ ਚਿਲਡਰਨ ਆਊਟ ਦੇਅਰ ਇਨ ਦਿਸ ਵਰਲਡ ਜਿਹਦੇ ਨਾਲ ਯੈਸ ਪੇਰੈਂਟਸ ਨੇ ਉਹਨਾਂ ਨਾਲ ਸਹੀ ਨਹੀਂ ਕੀਤਾ. ਲੈਟ ਮੀ ਸਪੀਕ on those children's behalf. ਮਤਲਬ ਪੇਰੈਂਟਸ ਨੇ, ਮਤਲਬ ਬੱਚੇ ਬਹੁਤ ਅੱਛੇ ਸੀਗੇ, ਸੇਵਾ ਵੀ ਕੀਤੀ, ਔਰ ਬਟ ਪੇਰੈਂਟਸ ਨੇ ਡੂ ਰਾਈਟ. ਇਸ ਤਰ੍ਹਾਂ ਹੈਗੇ ਆਪਾਂ ਜਾਣਦੇ ਹਾਂ ਸੋਸਾਇਟੀ ਬੜੇ ਹੈਗੇ ਨੇ, ਠੀਕ ਹੈ. ਬਟ ਮੈਂ ਇਹ ਫੀਲ ਕਰਦਾ ਕਿ ਦੇਖੋ ਹਰ ਬੱਚਾ, ਹਰ ਬੰਦੇ ਦੀ ਆਪਣੀ ਇੱਕ ਜਰਨੀ, ਉਹ ਇੱਕ ਸਟਰਗਲ ਹੈ ਲਾਈਫ ਦੀ. ਉਸ ਸਟਰਗਲ 'ਤੇ ਉਹ ਵਿਚਾਰਾ ਉਹ 'ਤੇ ਜੋ ਉਹਨੇ ਲੜਨਾ ਹੀ ਲੜਨਾ ਹੈ. ਬਟ ਇੱਕ ਮਦਰ ਔਰ ਫਾਦਰ ਇੱਕ ਐਸੀ ਚੀਜ਼ ਹੈਗੀ ਹੈ ਨਾ, ਦੇ ਆਰ ਦ ਓਨਲੀ ਟੂ ਸੋਲਸ ਯੂ ਹੈਵ ਟੂ ਫੋਰਗਿਵ. Even if they have done wrong, give them that ota. देखो मैं सब दिन अपनी एक struggle है life थी, और there are children who are not be able to stay with their parents. Most of them cannot. Today, आज the time इन्ना एक difficult situation है. Everybody is fighting his own battle यार. हर बंदा अपना बैटल सर्वाइव कुछ सही गलती है ਇਹਦੇ ਵਿੱਚ. ਤੇ ਇਹ ਪੋਸੀਬਲ ਨਹੀਂ ਹੈ ਕਿ ਵੀ ਮੈਂ ਇੱਕ ਬੜਾ ਇੱਕ ਅੱਛਾ ਇੱਕ ਆਈਡੀਅਲਿਸਟਿਕ ਪੇਂਟ ਕਰ ਦੀ ਸਿਨੈਰੀਓ ਨੂੰ, ਤੇ ਐਂਡ ਇਟਸ ਨਾਟ ਹਿਊਮਨ ਲਾਈਫ ਇਜ਼ ਗ੍ਰੇ ਨਾ, ਠੀਕ ਹੈ ਨਾ. But even if any corner of the world you are, right? ਸਾਡੇ ਤੇ ਅੱਜ ਕੱਲ੍ਹ ਤੇ you cross the world. ਅੱਜ ਕੋਈ ਇੰਡੀਆ ਰਹਿ ਰਿਹਾ, ਬੱਚੇ ਬਾਹਰ ਹੈ, ਜਾਂ ਪੇਰੈਂਟਸ ਇੱਥੇ, ਬੱਚੇ ਬਾਹਰ ਹੈਗੇ ਨੇ, ਤੁਹਾਡੇ ਪੇਰੈਂਟਸ ਨੇ ਤੁਹਾਡਾ ਬਹੁਤ ਮਾੜਾ ਕੀਤਾ ਹੈ. ਬਟ ਦੁਨੀਆ 'ਚ ਜਿੱਥੇ ਵੀ ਹੈਗੇ ਹੋ ਨਾ, give them just that respect. Stay away. ਜ਼ਰੂਰਤ ਨਹੀਂ ਕਿ ਤੁਸੀਂ ਇਕੱਠੇ ਤਾਂ ਰਹਿ ਨਹੀਂ ਸਕਦੇ, ਬਟ ਉਹਨਾਂ ਬਸ ਉਹਨਾਂ ਨੂੰ ਪਿਆਰ ਉਹ ਦਿਓ ਕਿ ਵੀ ਠੀਕ ਹੈ ਟਿਲ ਦੀ ਐਂਡ. ਮਮ ਡੈਡ ਤੁਸੀਂ ਸਾਡੇ ਨਾਲ ਕੀਤਾ ਬਹੁਤ ਮਾੜਾ ਹੈ, ਬਟ ਕੋਈ ਗੱਲ ਨਹੀਂ ਯਾਰ, ਵੀ ਵਿਲ ਅਸੀਂ ਭੁੱਲ ਗਏ. ਸੌਖਾ ਨਹੀਂ ਹੁੰਦਾ, ਬਟ ਉਹਨਾਂ ਨੂੰ ਉਹਨਾਂ ਚੀਜ਼ ਆਫ ਇੱਕ ਬੌਂਡਿੰਗ ਆਫ ਅ ਰਿਲੇਸ਼ਨਸ਼ਿਪ, ਆਈ ਥਿੰਕ ਐਵਰੀ ਚਾਈਲਡ ਹੈਜ਼ ਟੂ ਗਿਵ ਇਟ ਟੂ ਬੈਕ ਟੂ ਹਿਸ ਪੇਰੈਂਟਸ. ਭਾਵੇਂ ਪੇਰੈਂਟਸ ਗਲਤੀ ਵੀ ਹੋਵੇ,
ਤੁਸੀਂ ਆਪਣੇ ਬੱਚਿਆਂ ਨੂੰ ਉਸ ਤਰ੍ਹਾਂ ਦਾ ਪਰਵਰਿਸ਼ ਕਰੋ ਨਾ। ਅਗਰ ਇੱਕ ਤੁਹਾਡੇ ਪੇਰੈਂਟ ਨੇ ਤੁਹਾਡੇ ਨਾਲ ਇੰਨਾ ਗਲਤ ਕੀਤਾ, ਆਪਣੇ ਪੇਰੈਂਟਸ ਨੂੰ ਇੱਕ ਰਿਸਪੈਕਟ ਦੀ ਜਗ੍ਹਾ ਛੱਡ ਦਿਓ, ਆਪਣੇ ਬੱਚਿਆਂ ਦੀ ਉਨੀ ਪਰਵਰਿਸ਼ ਸੋਹਣੀ ਕਰੋ ਕਿ ਵੀ ਐਟਲੀਸਟ ਦੇ ਬਿਕਮ ਅ ਗੁੱਡ ਪੇਰੈਂਟਸ। ਕਿਉਂਕਿ ਮੈਂ ਹਮੇਸ਼ਾ ਇੱਕ ਚੀਜ਼ ਨੂੰ ਬਿਲੀਵ ਕਰਦਾ ਕਿ ਉਹ ਪਾਰਟ ਆਫ ਡਿਸਕਾਊਂਟ every father or a mother have that right. So my request to each one of the children, no matter ਉਹ 60 ਸਾਲ ਦੇ ਹੈਗੇ ਨੇ, ਭਾਵੇਂ ਉਹ 40 ਦੇ ਹੈ, ਭਾਵੇਂ ਉਹ 30 ਦੇ ਹੈਗੇ ਨੇ, ਕਿ ਤੁਸੀਂ ਅਲੱਗ ਰਹਿ ਰਹੇ ਹੋ, ਆਪਣੇ ਪੇਰੈਂਟਸ ਨਾਲ ਤੁਸੀਂ ਹੈਗੇ ਹੀ ਨਹੀਂ ਹੋ, ਬਟ ਐਟਲੀਸਟ ਉਹਨਾਂ ਨਾਲ ਇੱਕ ਮੈਸੇਜ ਕਰ ਦਿਓ, give them a feel of that you still care, you still love. Despite of all the wrongdoings what you have done for us. ਤੁਹਾਨੂੰ ਨਾ ਅੰਦਰੋਂ ਬੜੀ ਅੱਛੀ ਖੁਸ਼ੀ ਮਿਲੇਗੀ, ਅੰਦਰੋਂ ਤੁਹਾਨੂੰ ਬੜਾ ਅੱਛਾ ਇੱਕ ਇਨਰ ਇੱਕ ਸੈਟਿਸਫੈਕਸ਼ਨ ਮਿਲੇਗਾ। ਫੋਰਗੇਟ ਅਬਾਊਟ ਦ ਪੇਰੈਂਟਸ, ਉਹਨਾਂ ਨੇ ਤੁਹਾਡਾ ਉਹਨਾਂ ਨੂੰ ਐਕਨੋਲੇਜ ਕਰਨ ਨਹੀਂ ਕਰਨ ਉਹ ਵੀ ਪਤਾ ਨਹੀਂ, ਬਟ ਉਹਨਾਂ ਨੂੰ ਜਾਣ ਤੋਂ ਪਹਿਲੇ ਨਾ, ਜਾਣਾ ਤਾਂ ਉਹਨਾਂ ਨੇ ਹੀ ਹੈ, ਇੱਕ ਦਿਨ ਤਾਂ ਚਲੇ ਜਾਣਗੇ ਨਾ। ਹਾਲੇ ਤਾਂ ਅੱਜ ਕੱਲ੍ਹ ਤਾਂ ਇਹ ਨਹੀਂ ਪਤਾ ਹੁੰਦਾ ਪਹਿਲੇ ਕਿਹਨੇ ਜਾਣਾ ਹੈ, ਬਾਅਦ ਕਿਹਨੇ ਜਾਣਾ ਹੈ, ਬਟ ਤੁਹਾਨੂੰ ਪਤਾ ਹੈ ਜਨਰਲੀ ਉਹਨਾਂ ਬਿਫੋਰ ਦੇ ਲੀਵ ਦਿਸ ਵਰਲਡਲੀ ਬੀਇੰਗ, make sure that you give that message that all what you have done, I have forgiven you, I have forgotten. I want to move on in your life and no hard feelings. Just stay in touch. Just one call. Before you feel that ki yaar, you never know agla pal you lose a father or a mother. Next moment, you don't even know. ਪਤਾ ਨਹੀਂ ਲੱਗਦਾ। You have a grudge. Kill it for your parents. Okay, so ਮੈਂ ਤੁਹਾਨੂੰ ਸਟੋਰੀ ਨਰੇਟ ਕੀਤੀ ਹੈ। I want to share it to my team here and all the viewers. Almost 3 weeks back, I was going to Delhi. ਤੇ ਸਵੇਰੇ ਨਿਕਲ ਰਿਹਾ ਸੀਗਾ ਤੇ ਡੈਡਸ ਰੀਅਲ ਚਾਚਾ ਜੀ ਮੈਨੂੰ ਸਵੇਰੇ ਕਹਿੰਦੇ ਕਿ I was leaving by road ਤੇ ਮੈਨੂੰ ਕਹਿੰਦੇ ਡੈਡ ਕਿ ਯਾਰ ਉਹ ਚਾਚਾ ਜੀ ਐਡਮਿਟ ਹੋ ਗਏ ਐਂਡ ਇਜ਼ ਔਨ ਵੈਂਟੀਲੇਟਰ, ਤੂੰ ਹੁਣ ਆਈ ਨੋਰਮਲੀ ਗੋ ਟੂ ਗੁੜਗਾਉਂ ਤੇ ਦੂਸਰੀ ਵਾਲੀ ਰੋਡ ਤੋਂ ਜਾਂਦੇ ਆ ਬਈ ਹੁਣੇ ਦੂਸਰੇ ਮੂਰਥਲ ਵਾਲੇ ਤੋਂ ਚਲੇ ਜਾਏ ਬਿਕੋਜ਼ ਹੀ ਇਜ਼ ਇਨ ਸ਼ਾਲੀਮਾਰ ਬਾਗ। ਮੈਂ ਕਿਹਾ ਠੀਕ ਹੈ ਜੀ। ਸੋ ਆਈ ਹੈਡ ਮਾਈ ਫਰੈਂਡ ਆਲਸੋ, ਮਾਈ ਚਾਈਲਡਹੁੱਡ ਫਰੈਂਡ ਵਾਜ਼ ਆਲਸੋ ਗੋਇੰਗ ਅਲੋਂਗ ਵਿਦ ਮੀ। ਤੁਸੀਂ ਗਏ, ਪਹੁੰਚੇ, ਮੈਕਸ ਸ਼ਾਲੀਮਾਰ ਬਾਗ ਵਿੱਚ ਐਡਮਿਟਡ ਸੀ, ਮੈਟ ਹਿਮ, ਬੜੇ ਖੁਸ਼ ਹੋ ਗਏ। ਚਾਚਾ ਜੀ ਮਤਲਬ ਮਾਈ ਗ੍ਰੈਂਡਫਾਦਰਸ ਰੀਅਲ ਬ੍ਰਦਰ, ਰਾਈਟ, ਯੰਗਰ ਬ੍ਰਦਰ ਮਿਲੇ, ਉਹਨਾਂ ਦੀ ਵਾਈਫ ਮੇਰੀ ਦਾਦੀ ਵੀ ਉੱਥੇ ਸੀਗੇ ਅਤੇ ਅਸੀਂ ਤੁਹਾਨੂੰ ਮੈਂ ਨਰੇਟ ਕੀਤੀ ਸਟੋਰੀ। ਤੋ ਦੇਰ ਵਾਜ਼ ਉਹ ਵੇਟਿੰਗ ਰੂਮ ਸੀਗਾ, ਉੱਥੇ ਅਸੀਂ ਵੇਟ ਕਰ ਰਹੇ ਸੀ ਕਿਉਂਕਿ ਮਾਈ ਦਾਦੀ ਵਾਜ਼ ਦੇਅਰ, ਹੀ ਵਾਜ਼ ਇਨ ਦ ICU ਅਤੇ ਉਹਨਾਂ ਲਈ ਚਲੋ ਜੋ ਵੀ ਚਾਹ ਕਰ ਰਹੇ। ਤਾਂ ਮੇਰੇ ਅੰਦਰ ਇੱਕ ਚੁਲਝਾ ਹੁੰਦਾ, ਜਿੰਨੇ ਕੋਈ ਬੰਦੇ ਮੈਨੂੰ ਜਾਣਦੇ, ਮੈਨੂੰ ਤਾਂ ਕੋਈ ਬੰਦਾ ਮਿਲ ਜਾਏ, ਮੈਨੂੰ ਕੁਐਸਚਨ ਪੁੱਛਣੇ ਹੁੰਦੇ ਹੈ। ਸੋ ਦੇਰ ਵਾਜ਼ ਇਜ਼ ਅਨਦਰ ਐਲਡਰਲੀ ਜੈਂਟਲਮੈਨ ਜੋ ਨਾਲ ਮੇਰੇ ਬੈਠਾ ਸੀਗਾ। ਸੋ ਦਾਦੀ ਆਰਾਮ ਨਾਲ ਆਪਣੇ ਕੁਛ ਫੋਨ ਬੂਜੀ ਦਾ ਵੀ ਫੋਨ ਆਇਆ ਸੀਗਾ, ਕਰ ਰਹੇ ਸੀਗੇ ਅਤੇ ਉਹ ਨਾਲ ਮੈਂ ਗੱਲਾਂ ਕਰਨ ਲੱਗ ਗਿਆ। ਕਾਫੀ ਉਦਾਸ ਲੱਗ ਰਿਹਾ ਸੀ, ਤੁਹਾਨੂੰ ਮੈਂ ਸਾਰੀ ਨਰੇਟ ਕੀਤੀ ਸੀ, ਬੜਾ ਉਦਾਸ ਜਿਹਾ ਲੱਗ ਰਿਹਾ ਸੀ ਬੰਦਾ। ਅਤੇ ਮੈਂ ਆਈ ਥਿੰਕ ਵਾਜ਼ ਇਨ ਮਿਡ 80s। ਤਾਂ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਸਰ ਤੁਸੀਂ ਕਿਹਨੂੰ ਆਇਆ? ਕਹਿੰਦਾ ਜੀ ਮੇਰੀ ਪਤਨੀ ਐਡਮਿਟਡ ਹੈ, ਉਹ ਵੈਂਟੀਲੇਟਰ 'ਤੇ ਹੈ। ਮੈਂ ਕਿਹਾ ਅੱਛਾ। ਉਹ ਗੱਲ ਕਰਦੇ ਨਾ ਅਸੀਂ 15-20 ਮਿੰਟ ਗੱਲ ਕਰਦੇ ਰਹੇ ਅਤੇ ਮੈਂ ਕਿਹਾ ਜੀ ਤੁਹਾਡੇ ਬੱਚੇ? ਕਹਿੰਦੇ ਸਾਡੇ ਬੱਚੇ ਤਾਂ ਨਿਕੰਮੇ ਹੈ, ਬੱਚੇ ਕੋਈ ਆਏ ਨਹੀਂ, 2 ਮੁੰਡੇ ਹੈ, 1 ਕੁੜੀ ਹੈ ਅਤੇ ਤਿੰਨਾਂ ਨੂੰ ਪਤਾ ਹੈ ਵੀ ਉਹਨਾਂ ਦੀ ਮਾਂ ਵੈਂਟੀਲੇਟਰ 'ਤੇ ਹੈਗੀ ਹੈ ਇੱਥੇ ਅਤੇ ਕੋਈ ਨਹੀਂ ਆ ਰਿਹਾ। ਅੱਛਾ। ਅਤੇ ਐਂਡ ਉਹ ਗੱਲ ਕਰਦੇ ਮਿਡ 80s ਉਹ ਹੀ ਆਲਸੋ ਸਟਾਰਟਡ ਕਰਾਇੰਗ ਬਿਕੋਜ਼ ਉਹ ਹਸਪਤਾਲ 'ਚ ਗਏ ਆ, ਉਹ ਮਿਡ 80s ਵਿੱਚ ਬੰਦਾ, ਅਤੇ ਉਹ ਆਪਣੀ ਕਹਾਣੀ ਦੱਸਣ ਲੱਗ ਗਿਆ ਕਿ ਮੈਂ ਪਠਾਨਕੋਟ ਤੋਂ ਬਿਲੋਂਗ ਕਰਦਾ ਸੀ, ਮੈਂ ਇੰਨਾ ਕਰਿਆ, ਮੈਂ 18 ਸਾਲ ਦੀ ਉਮਰ 'ਤੇ ਨਿਕਲ ਗਿਆ ਸੀ ਘਰੋਂ, ਆਲ ਦੈਟ, ਮੇਰੇ ਬੱਚੇ ਐਵੇਂ। ਅਤੇ ਮੈਂ ਕਿਹਾ ਜੀ ਫਿਰ ਤੁਹਾਡੇ ਗ੍ਰੈਂਡ ਚਿਲਡਰਨ? ਕਹਿੰਦਾ ਮੈਂ ਫ਼ੋਨ ਕੀਤਾ, ਮੇਰੇ ਗ੍ਰੈਂਡ ਸਨ ਨੇ ਮੈਨੂੰ ਕਾਲ ਕਰਕੇ ਬੋਲਾ ਕਿ ਆਪ ਫ਼ੋਨ ਨਾ ਕਰਨਾ, ਤੁਸੀਂ ਫ਼ੋਨ ਨਾ ਕਰਿਆ ਕਰੋ, ਮੰਮਾ ਨੂੰ ਖਰਾਬ ਲੱਗਦਾ ਹੈ। ਸੋ ਮਤਲਬ ਉਹਨਾਂ ਦੇ ਡਾਟਰ ਇਨ ਲਾਅ ਦੀ ਗੱਲ ਕਰਕੇ ਉਹਨਾਂ ਨੂੰ ਖਰਾਬ ਲੱਗਦਾ ਹੈ ਅਤੇ ਉਹ ਕਰਕੇ ਨਾ ਰੋ ਪਿਆ। ਐਂਡ ਦੈਨ ਆਈ ਸਟਾਪ। ਮੈਂ ਕਿਹਾ ਯਾਰ ਇੱਥੇ ਪੋਡਕਾਸਟ ਨਹੀਂ ਕਰਨਾ, ਮਾਹੌਲ ਉਵੇਂ ਖਰਾਬ। ਮੈਂ ਆਈ ਜਸਟ ਹਗਡ ਹਿਮ ਐਂਡ ਨੋਰਮਲ ਚਾਹ ਚੂਹ ਅਸੀਂ ਪੀਤੀ ਐਂਡ ਮਿਲਣ ਆਏ ਸੀਗੇ ਕਰਕੇ ਚਲੇ ਗਏ। ਸੋ ਮਾਈ ਫਰੈਂਡ ਵਾਜ਼ ਓਬਜ਼ਰਵਿੰਗ ਐਵਰੀਥਿੰਗ ਐਂਡ ਥੋੜ੍ਹਾ ਮਨ ਤਾਂ ਖਰਾਬ ਹੋ ਹੀ ਜਾਂਦਾ। ਅਸੀਂ ਗੱਡੀ 'ਚ ਬੈਠੇ ਅਤੇ ਮੈਂ ਆਪਣੇ ਫਰੈਂਡ ਨੂੰ ਬੋਲਿਆ, ਮੈਂ ਕਿਹਾ ਯਾਰ ਕਿੰਨਾ ਮਾੜਾ ਯਾਰ, ਮਤਲਬ ਮੈਂ ਨਾ ਐਵੇਂ ਥੋੜ੍ਹਾ ਫਲੈਕਸ ਕਰ ਰਿਹਾ ਸੀ। ਮੈਂ ਕਿਹਾ ਅਸੀਂ ਚੰਗੇ ਬੱਚੇ ਹੈ, ਮਤਲਬ ਮੈਂ ਵਾਜ਼ ਟੈਲਿੰਗ ਹਿਮ। ਅਤੇ ਉਹ ਸੁਣਦਾ ਰਿਹਾ ਸਾਰੀ ਗੱਲ ਅਤੇ ਉਹਨੇ ਨੇ ਇੱਕ ਗੱਲ ਬੋਲੀ, ਕਹਿੰਦੀ ਯਾਰ ਜੋ ਇਹਦੇ ਬੱਚੇ ਹੁਣ ਇਹਦੇ ਨਾਲ ਕਰ ਰਹੇ, ਕੀ ਪਤਾ ਇਹਨੇ ਵੀ ਆਪਣੇ ਪੇਰੈਂਟਸ ਨਾਲ ਐਵੇਂ ਕੀਤਾ ਹੋਏ ਐਂਡ ਦੈਟ ਇਜ਼ ਜਸਟ ਦੀ ਐਕਟ ਆਫ ਕਰਮਾ ਦੈਟ ਇਜ਼ ਹੈਪਨਿੰਗ। ਐਂਡ ਮੈਂ ਉਸ ਪਰਸਪੈਕਟਿਵ ਨਾਲ ਸੋਚਿਆ ਨਹੀਂ। ਕਹਿੰਦੇ ਤੂੰ ਨੋਟ ਕੀਤਾ, ਇਹ ਬੰਦੇ ਨੇ ਬੋਲਿਆ ਕਿ ਮੈਂ 18 ਸਾਲ ਦਾ ਸੀਗਾ, ਮੈਂ ਨਿਕਲ ਗਿਆ ਘਰੋਂ। ਕਹਿੰਦੇ ਜਦੋਂ 18 ਸਾਲ ਦਾ ਸੀ ਉਹਦਾ ਮਤਲਬ ਮਾਂ ਪਿਓ ਉਹਦੇ 50 ਸਾਲ ਦੇ ਹੋਣਗੇ, 45-50 ਸਾਲ ਦੇ। ਕੀ ਪਤਾ ਇਹਦੇ ਬੱਚਿਆਂ ਨੇ ਵੀ ਦੇਖਿਆ ਹੋਏ ਇਸ ਆਦਮੀ ਨੂੰ
ਕਿ ਆਪਣੇ ਪੇਰੈਂਟਸ ਨੂੰ ਨਾ ਸੇਵਾ ਕਰਦੇ ਹੋਏ, ਨਾ ਹੈਲਪ ਕਰਦੇ ਹੋਏ, ਔਰ ਨਾਓ ਹੁਣ ਇਹਦੇ ਗ੍ਰੈਂਡ ਚਿਲਡਰਨ ਇਹ ਚੀਜ਼ ਬੋਲ ਰਹੇ ਹੈ। ਸੋ ਉਹਨਾਂ ਨੇ ਤਾਂ ਦੇਖਿਆ ਕਿ ਹਾਂਜੀ ਮਾਂ ਪਿਓ ਦੀ ਤਾਂ ਸੇਵਾ ਕਰਨੀ ਨਹੀਂ ਆ, ਉਹਨਾਂ ਦੀ ਹੈਲਪ ਨਹੀਂ ਕਰਨੀ। ਮੈਂ ਕਿਹਾ ਯਾਰ ਮੈਂ ਤਾਂ ਇਹ ਬਿਲਕੁਲ ਸੋਚਿਆ ਨਹੀਂ ਸੀਗਾ। ਅਤੇ ਮੈਂ ਕਿਹਾ ਫਿਰ ਇਹ ਤਾਂ ਚੱਲਦਾ ਰਹੂਗਾ। ਕਹਿੰਦੇ ਇਹ ਜਨਰੇਸ਼ਨਲ ਕਰਸ ਹੈ ਐਂਡ ਦੈਟ ਹੈਜ਼ ਟੂ ਬੀ ਬ੍ਰੋਕਨ ਬਾਈ ਸਮਵਨ। ਹੁਣ ਉਹਦੇ ਗ੍ਰੈਂਡ ਪੋਤਿਆਂ ਨੂੰ, ਜੇ ਹੁਣ ਪੋਤੇ ਦੇਖ ਰਿਹਾ ਆਪਣੇ ਮਾਂ ਪਿਓ ਨੂੰ ਕਿ ਉਹ ਆਪਣੇ ਪੇਰੈਂਟਸ ਨਾਲ ਕਿਵੇਂ ਹਾਊ ਦੇ ਆਰ ਬਿਹੇਵਿੰਗ, ਨਾਓ ਵੈਨ ਦੇ ਵਿਲ ਉਹ ਵੱਡੇ ਹੋ ਜਾਣਗੇ ਤੇ ਦੇ ਵਿਲ ਆਲਸੋ ਡੂ ਦ ਸੇਮ ਥਿੰਗ। ਸੋ ਇਟ ਵਿਲ ਦੇਅਰ ਗ੍ਰੈਂਡ ਚਿਲਡਰਨ ਹੈਵ ਟੂ ਬ੍ਰੇਕ ਦਿਸ ਕਰਸ so that this family stays with peace and harmony. And it just blew my mind. Yeah. It just blew my mind कि ये तो बिल्कुल different perspective है। की पता, we don't know, we just know that side of the story. And we just said na swarg narg ਇੱਥੇ ਹੀ ਹੈ। But मैं ना Simar, yeah, you've touched such a emotional chord of a family where every family they have their own struggle. But मेरा ना मैं ਹੁਣ ਉਹ ਸਟੇਜ 'ਤੇ ਆਪਣੀ ਲਾਈਫ 'ਚ ਆਮ ਟਰਾਈਂਗ ਟੂ ਕਮ ਟੂ ਦੈਟ ਪੁਆਇੰਟ ਵੇਅਰ ਈਵਨ ਇਫ ਯੂ ਆਰ ਡੂਇੰਗ ਅ ਗੁੱਡ ਡੀਡ ਬਟ ਤੁਹਾਡੇ ਨਾ ਇੱਕ ਸੈਂਸ ਆਫ ਐਕਸਪੈਕਟੇਸ਼ਨਸ ਆਉਣੀ ਸ਼ੁਰੂ ਹੋ ਜਾਂਦੀ ਵੀ ਮੈਂ ਆਪਣੇ ਮਾਪੇ ਦੀ ਸੇਵਾ ਕੀਤੀ ਅਤੇ ਮੇਰੇ ਬੱਚੇ ਵੀ ਮੇਰੀ ਸੇਵਾ ਕਰਨਗੇ। ਐਕਸਪੈਕਟੇਸ਼ਨ ਨੈਚੁਰਲ ਹੈ। That's what you said to me when I was narrating it. Yeah. Exactly. Now I am evolving that ਹੁਣ ਤੋਂ ਨਹੀਂ 8-10 ਸਾਲ ਹੋ ਗਏ ਕਿ ਤੁਹਾਨੂੰ ਨਾ ਇਹ ਜਿਹੜੀ ਐਕਸਪੈਕਟੇਸ਼ਨਸ ਵੀ ਹੈ ਨਾ ਬੱਚਿਆਂ ਤੋਂ, ਸਮਵੇਅਰ ਯੂ ਟੂ ਹੋਲਡ ਔਨ ਬਿਕੋਜ਼ ਅਲਟੀਮੇਟਲੀ ਯੂ ਨॉट श्योर ये ਤੁਹਾਨੂੰ खुशी देगी कि मायूसी देगी। बिकॉज अगर बच्चे ने आपकी सेवा की, आपको खुशी मिली, किसी वजह से वो वॉट एवर रीजन्स बच्चे आपके साथ नहीं है या वो सेवा नहीं कर पाए तो वो आपको ज़्यादा ट्रबल देगी। तो द बेस्ट पार्ट इज़ जैसे आपने राइटली बोला ना कर्मा है। कर्मा तो देखो हर बंदे का कर्मा वापस आंदा ही है। हर बंदे ने जो दुख और सुख भोगना है उन्हें भोगना है, ठीक है, वो कर्म है। बट एट द सेम टाइम इफ़ यू आर एबल टू रीच दैट लेवल, you do a good deed in respect to your parents or your beloved ones, but try to come out of this. I'm not able to achieve it, let me confess to you. I'm working very hard. Ideal scenario वैसे जो but I'm not able to achieve, but I'm trying all my best to expectations जिथे कुछ चीज़ आती नहीं इनू है मैं करनी hold on ये नहीं सोचना। So जे जिस दिन मैं वो चीज़ ते मैं पहुंच जाऊँगा, I think then I'll feel that I'm a little better person. So एक role of an ideal parent ਕੀ ਹੈ ਅੱਜ ਦੇ ਟਾਈਮ ਵਿੱਚ? What advice would you give me and so many young parents out there? What is the role of a parent? ਜਿਨ੍ਹਾਂ ਦੇ ਛੋਟੇ ਬੱਚੇ ਹੈ, ਇਨਫੈਂਟਸ ਹੈ, ਜਾਂ ਬੱਚੇ ਵੱਡੇ ਹੋ ਰਹੇ ਹੈ, ਜਾਂ ਹਾਲੇ ਬੱਚੇ ਹੈ ਨਹੀਂ ਹੋਣ ਵਾਲੇ ਹੈ। Role of ideal parent ਕੀ ਹੈ? Simple and straight. Set yourself an example by your act. ਬੱਚੇ ਤੁਹਾਡੇ ਬੱਚੇ ਤੇ ਹੁਣ ਨੈਕਸਟ ਜੈਨ ਇੱਕ ਹਾਈਟੈਕ ਬੱਚੇ ਆ ਗਏ ਨਾ। ਇਹ ਕਿਹੜੇ ਹੈਗੇ? ਜ਼ੈਨ ਅਲਫਾ ਕੀ ਹੈ? ਅਲਫਾ ਬੀਟਾ ਅੱਛਾ ਫਿਰ ਬੀਟਾ ਅਲਫਾ। ਤੇ ਹੁਣ ਮੈਨੂੰ ਇਹ ਜ਼ੈਨ ਅਲਫਾ ਬੀਟਾ ਮੈਨੂੰ ਸਮਝ ਨਹੀਂ ਆਉਂਦੀ, ਬਟ ਮੈਨੂੰ ਇੰਨਾ ਪਤਾ ਹੈ what you as a kid were, your kids will be 10x smarter, but there will be always one common factor all through the generations. Every child looks upon his parents' act. And if you are able to set an example by your act, I think you have to do nothing else. ਇਹ ਨਾ ਬੋਲੋ ਕਿ ਰੀਡ ਕਰੋ, ਆਪ ਰੀਡ ਕਰੋ ਤੇ ਬੱਚਾ ਦੇਖ ਲੇਗਾ। That's it. Because whatever you act, a child, no matter how small or big is watching you. ਇੱਕ ਬੱਚਾ ਜਿਹੜਾ ਬੋਲ ਵੀ ਨਹੀਂ ਸਕਦਾ ਨਾ, ਉਹ ਵੀ ਤੁਹਾਨੂੰ ਵਾਚ ਕਰ ਰਿਹਾ, ਆਬਜ਼ਰਵ ਕਰ ਰਿਹਾ। ਦੇਖਦੀ ਹੈ ਸਾਇਰਾ ਧਿਆਨ ਨਾਲ ਕੀ। ਸੋ ਮੇਰਾ ਤੇ ਵੈਸੇ ਬੜਾ ਕਲੀਅਰ ਹੈ। And this is a very big challenge because we are into a stressful world, a world full of, all struggles. And if you are able to still, within your own world, be an example for your child, I think you have made this world a better place to live in. That's it. ਅੱਛਾ, ਸੋ ਮੇਰੇ ਕੋਲ ਇਹੀ ਚੀਜ਼ਾਂ ਪੁੱਛਣੀਆਂ ਸੀ, ਤੁਹਾਨੂੰ ਹੋਰ ਕੁਝ ਨਹੀਂ ਪੁੱਛਣਾ ਸੀ। 50th ਸਪੈਸ਼ਲ ਐਪੀਸੋਡ ਦਾ I was asking you ਯਾਰ ਮੈਨੂੰ ਬਤਾ ਦੋ ਦੇ, let me be prepared. ਅੱਛਾ ਸਰ, ਮੈਨੂੰ ਕੁਝ ਪੁੱਛਣਾ ਚਾਹੁੰਦੇ ਹੋ ਤੁਸੀਂ? ਮੈਂ ਨਾ ਇੱਕ ਇੰਸਟਾਗ੍ਰਾਮ ਤੇ ਆਈ ਡਿਡ ਉਹ ਹੋਤਾ ਹੈ ਨਾ ਆਸਕ ਮੀ ਐਨੀਥਿੰਗ ਕਰਕੇ, ਸੋ ਆਈ ਡਿਡ ਦੈਟ। तो मैंने पूछा कि तो ਕਿਸੇ ਨੇ ਮੈਨੂੰ ਲਿਖਿਆ ਸਰ ਆਈ ਵਾਂਟ ਟੂ ਡੂ ਯਰ ਪੋਡਕਾਸਟ। ਅਤੇ ਮੈਨੂੰ ਨਾ ਐਵੇਂ ਲੱਗਦਾ ਹੈ ਕਿ ਯਾਰ ਮੈਂ ਹਾਲੇ ਉਹ ਜਰਨੀ 'ਚ ਹੈ ਕਿ ਮੈਨੂੰ ਸਿੱਖਣਾ ਬਹੁਤ ਹੈ ਸਾਰੇ ਲੋਕਾਂ ਤੋਂ। ਐਂਡ ਔਨ ਦੀਸ 49 ਪੋਡਕਾਸਟ ਸੋ ਡਾਈਵਰਸ ਪੀਪਲ ਹੈਵ ਮੈਟ।
ਮਤਲਬ ਸਰ ਤੁਸੀਂ ਦੇਖੋ ਸੋਨਾਲੀਕਾ ਟਰੈਕਟਰਸ ਟੂ ਮੈਦਾਂਤਾ ਹਸਪੀਟਲ ਟੂ ਕਰੇਮਿਕਾ ਦੇਰ ਕੋਈ ਮੇਲ ਨਹੀਂ ਹੈ ਤਿੰਨਾਂ ਦਾ, ਕੋਈ ਬਿਸਕਿਟ ਬਣਾ ਰਿਹਾ, ਇੱਕ ਹਸਪਤਾਲ ਬਣਾ ਰਿਹਾ, ਇੱਕ ਟਰੈਕਟਰ ਬਣਾ ਰਿਹਾ, ਰਾਈਟ, ਸਡਨਲੀ ਸਿਟਿੰਗ ਵਿਦ ਪ੍ਰੋਫੈਸਰਸ ਟੂ ਡਾਕਟਰਸ, ਐਂਡ ਆਈ ਥਿੰਕ ਆਈਵ ਬੀਨ ਸੋ ਗ੍ਰੇਟਫੁਲ ਦੈਟ ਇਹ ਬੰਦਿਆਂ ਨੇ ਮੈਨੂੰ ਟਰਸਟ ਕੀਤਾ, ਰਾਈਟ। ਆਈ ਡੋਂਟ, ਉਹ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਟਰਮਨੋਲੋਜੀ ਨਾਲ ਦੇਖਿਆ ਜਾਏ ਤਾਂ ਮਿਲੀਅਨ, ਆਈ ਐਮ ਨਾਟ ਬਿਲਡਿੰਗ ਐਨੀ ਕਲਿੱਕ ਬੇਟ ਕੰਟੈਂਟ, ਇਟਸ ਅ ਵੈਰੀ ਰੈਗੂਲਰ ਕੰਟੈਂਟ। ਹੁਣੇ ਵੀ ਜਿਹੜਾ ਸੀ ਲਾਸਟ ਐਪੀਸੋਡ ਵੀ ਬਣਾਇਆ ਰਣਜੀਤ ਬਜਾਜ ਦਾ, ਇਟ ਵਾਜ਼ ਅਬਾਊਟ ਫੁੱਟਬਾਲ ਐਂਡ ਥਿੰਗਸ ਲਾਈਕ ਦੈਟ, ਕੀ ਚੈਲੰਜ ਹੈ। ਸੋ ਉਹ ਮੈਂ ਜਦੋਂ ਆਸਕ ਮੀ ਐਨੀਥਿੰਗ ਕੀਤਾ ਤਾਂ ਮੈਨੂੰ ਕਿਸ ਨੇ ਬੋਲਿਆ ਸਰ ਵੀ ਵਾਂਟ ਟੂ ਡੂ ਯਰ ਪੋਡਕਾਸਟ। ਮੈਂ ਉਹਨੂੰ ਰਿਪਲਾਈ ਕੀਤਾ, ਮੈਂ ਕਿਹਾ ਯਾਰ ਮੈਨੂੰ ਨਾ ਹਾਲੇ 500-600 ਪੋਡਕਾਸਟ ਲਈ ਬਣਾਉਣੇ ਆ, ਉਸ ਤੋਂ ਬਾਅਦ ਫਿਰ ਜੇ ਕਰਨਾ ਹੋਏਗਾ। ਬਟ ਸਰ ਤੁਸੀਂ ਫਿਰ ਉਹ ਕਹਿੰਦੇ ਪਿਓ ਹੁੰਦਾ ਹੈ, ਬਾਪੂ ਹੁੰਦਾ ਹੈ ਨਾ, ਤੁਸੀਂ ਪੁੱਛੋ ਸਰ ਇਫ ਯੂ ਵਾਂਟ ਟੂ ਆਸਕ ਮੀ ਐਨੀਥਿੰਗ, ਐਨੀ ਕੁਐਸਚਨਸ ਯੂ ਹੈਵ ਫॉर ਮੀ, ਐਨੀ 3-5 ਕੁਐਸਚਨਸ। ਮੈਂ ਕਿਹਾ ਰੋਲਸ ਰਿਵਰਸ ਕਰ ਲੈਂਦੇ ਆ, ਤੇ ਤੁਸੀਂ ਵੀ ਬਹੁਤ ਇੰਟਿਊਟਿਵ ਐਂਡ ਯੂ ਆਰ ਆਲਸੋ ਵੈਰੀ ਕਿਊਰੀਅਸ ਪਰਸਨ, ਸੋ ਨਹੀਂ ਬਟ ਰੋਲਸ ਰਿਵਰਸ ਕਰ ਲੈਂਦੇ। ਨਹੀਂ, ਮੈਂ ਤੁਹਾਨੂੰ ਇੱਕ ਸਿੰਪਲ ਇੱਕ ਹੀ ਗੱਲ ਪੁੱਛਦਾ ਇਨ ਰਿਲੇਟਡ ਟੂ ਦਿਸ ਪੋਡਕਾਸਟ ਓਨਲੀ, ਬਿਕੋਜ਼ ਮੈਂ ਆਲਰੇਡੀ ਬੋਲ ਚੁੱਕਿਆ that you have really, I have seen you really improving as a individual, as a person. You've matured yourself as through, I think through your podcasts, because I have seen you, every podcast. My question to you is that how has actually these podcasts affected you? This is something what I feel, but deep down inside, when you are spending 1.5 hour, which maybe more, 2-3 घंटे भी कह रहे हैं वैसे, how has this whole journey of 2.5 years impacted you as an individual? Impact as in my overall demeanor, decorum, as a who I personality, am, right? who you are. ਇੱਕ ਤਾਂ ਸਰ ਮੈਨੂੰ for 100% ਲੱਗਦਾ ਹੈ ਕਿ when we started in August 23 to now we've met ਸਰ, ਮਤਲਬ ਇਹੋ ਜਿਹੇ ਲੋਕਾਂ ਨੂੰ ਵੀ ਮਿਲ ਚੁੱਕੇ ਆ ਨਾ ਜੋ ਮਤਲਬ ਆਈਡਲ ਸੀਗੇ ਕਿ ਵੀ ਯਾਰ ਉਹ ਵਾਓ ਹੈ ਨਾ, ਵਾਓ ਵਾਲਾ ਵੀ ਹੋਇਆ ਉਹ ਬੰਦੇ ਨਾਲ। ਨਾਓ ਦੇਰ ਜਸਟ ਔਨ ਅ WhatsApp ਮੈਸੇਜ ਕੀਤਾ, ਰਾਈਟ ਫਰੋਮ ਮੌਂਟੇ ਕਾਲੂ ਵਾਲੀ ਆਲਸੋ, ਅਸੀਂ ਬਚਪਨ ਤੋਂ ਸੁਣਦੇ ਆ ਰਹੇ ਸੀ। ਨਾਓ ਆਈ ਕੈਨ ਜਸਟ ਮੈਸੇਜ ਹਿਮ ਐਂਡ ਪ੍ਰੋਬੇਬਲੀ ਹੀ ਵਿਲ ਰਿਪਲਾਈ, ਰਾਈਟ। ਆਈ ਥਿੰਕ ਫਰਸਟਲੀ ਆਈ ਫੀਲ ਦੈਟ ਆਈਵ ਬਿਕਮ ਤੁਸੀਂ ਹਮੇਸ਼ਾ ਬਚਪਨ ਸਾਨੂੰ ਬੋਲਦੇ ਹੁੰਦੇ ਸੀਗੇ ਯਾਰ ਕਿ ਕਿਸੇ ਨੂੰ ਵੀ ਮਿਲੋ ਨਾ ਉਹਦੇ ਪੋਜ਼ੀਟਿਵ ਲਓ, ਉਹਨਾਂ 'ਚੋਂ ਬਿਕਮ ਅ ਸਪੌਂਜ, ਉਹਨਾਂ ਦਾ ਪੋਜ਼ੀਟਿਵ ਲਓ, ਉਹਨਾਂ 'ਚ 100 ਕਮੀਆਂ ਹੋ ਸਕਦੀਆਂ ਲੇਕਿਨ 10 ਚੰਗੀ ਚੀਜ਼ਾਂ 10 ਲਓ। ਮੈਨੂੰ ਹੁਣ ਲੱਗਦਾ ਹੈ ਕਿ ਆਈ ਬਿਕਮ ਸਮਰੀ ਔਰ ਸਬ ਕੀ ਕਹਿੰਦੇ ਉਹਨੂੰ ਐਡੀਸ਼ਨ ਆਫ ਆਲ ਦੋਜ਼ 49 ਔਰ 50 ਪੀਪਲ ਆਈਵ ਮੈਟ। ਮਤਲਬ ਮੈਨੂੰ ਲੱਗਦਾ ਕਿ ਆਈ ਹੈਵ ਸਟਾਰਟਡ ਟੂ ਬਿਕਮ ਉਹਨਾਂ ਦੇ ਜਿਹੜੇ ਟ੍ਰੇਟਸ ਹੈ, ਉਹਨਾਂ ਦੇ ਜਿਹੜੀ ਪੋਜ਼ੀਟਿਵਸ ਹੈਗੀ ਹੈ, ਉਹ ਸਾਰਿਆਂ ਦਾ ਕੰਬਾਈਨ ਕਰਕੇ ਨਾ ਮੈਂ ਨਾ ਉਹਨਾਂ ਨੂੰ ਪਿਕ ਕਰਨ ਲੱਗ ਗਿਆ ਇਨ ਮਾਈ ਡੇ ਟੂ ਡੇ, ਐਂਡ ਇਟਸ ਨਾਟ ਕੌਨਸ਼ੀਅਸ, ਬੜਾ ਅੰਦਰ ਜਾ ਰਿਹਾ ਕਿ ਉਹ ਬੰਦਾ ਐਵੇਂ ਸੋਚ ਰਿਹਾ ਸੀ, ਉਹ ਬੰਦਾ ਐਵੇਂ ਉਹਨੇ ਮੈਨੂੰ ਫੀਲ ਕਰਾਇਆ। ਬਿਕੋਜ਼ ਸਰ ਸਰਟਨ ਨਾ ਥਿੰਗਸ ਆਈ ਆਲਸੋ ਨਾਓ ਅੰਡਰਸਟੈਂਡ, 2.5 ਸਾਲ ਹੋ ਗਿਆ, ਸਰਟਨ ਪੀਪਲ ਦੈਟ ਆਈਵ ਮੈਟ ਸੇ ਸਮਥਿੰਗ ਵਿਦ ਅ ਕੈਮਰਾ, ਆਈ ਨੋ ਕਿ ਉਹ ਕੈਮਰਾ ਲਈ ਬੋਲ ਰਹੇ, ਮੈਨੂੰ ਪਤਾ ਹੈ। ਆਈ ਡੋਂਟ ਗਿਵ ਆਊਟ ਕੁਐਸਚਨਸ, ਲਾਈਕ ਤੁਹਾਨੂੰ ਵੀ ਨਹੀਂ ਦਿੱਤੇ, ਮੈਂ ਕਿਸੇ ਨੂੰ ਨਹੀਂ ਦਿੰਦਾ ਕੁਐਸਚਨਸ, ਸੋ ਮੈਨੂੰ ਪਤਾ ਉਹ ਕੈਮਰਾ ਲਈ ਬੋਲ ਰਹੇ ਹੈ, ਬਟ ਇਟ ਇਜ਼ ਜਸਟ ਐਕਸਪੀਰੀਅੰਸ ਹੈ, ਐਨਰਜੀ ਐਕਸਚੇਂਜ ਜੋ ਹੋ ਰਹੀ ਹੈ ਨਾ, ਉਹ ਸਮਝ ਆ ਜਾਂਦੀ ਹੈ। So I think it has affected me in ways of personal and professional in terms of whether it is, a billionaire I'm sitting with, how his relationship with money is, or whether a professor is, how his relationship with students is, or let's say, again, a doctor, how his relationship with his patients, or ਉਹਨਾਂ ਦੀ ਆਪਣੀ ਫੈਮਿਲੀ ਨਾਲ ਕੀ ਰਿਲੇਸ਼ਨ ਹੈ। ਤਾਂ ਮੈਨੂੰ ਲੱਗਦਾ ਮੈਂ ਉਹ ਪਿਕ ਕਰੀ ਜਾ ਰਿਹਾ, ਬੜੀ ਕੌਨਸ਼ੀਅਸਲੀ ਨਹੀਂ ਕਰ ਰਿਹਾ, ਜਸਟ ਇਨ ਮੀ। Is that being part of you? I think so. ਮੈਂ ਨਾ ਉਹ ਤੁਹਾਡੀ ਜਿਹੜੀ ਆਈਡੀਓਲੋਜੀ ਨਾਲ ਮੈਂ I think I've become some of all those people, and I'm trying to become, I'm not, ਮਤਲਬ I'm again trying to articulate this, ਮੈਂ try ਨਹੀਂ ਕਰ ਰਿਹਾ। It's just when you sit with someone for 3 hours, 4 hours, and someone who's achieved so much, it's not that what they're speaking, it is how you're experiencing them. ਜਿਵੇਂ ਹੁਣ ਅਸੀਂ ਬੈਠੇ ਹਾਂ, ਤੁਸੀਂ ਦੇਖੋ the ease of communication with them, no cut, no nothing, right? ਗੱਲਾਂ ਕਰ ਰਹੇ ਹਾਂ, ਸੋ ਉਹ ਮੈਂ ਐਕਸਪੀਰੀਅੰਸ ਕਰਨ ਲੱਗ ਗਿਆ। ਐਂਡ whether it is my professional acumen, ਹੁਣ what we do at Hatek versus let's say someone runs a hospital has nothing to do with what we do, right? Yeah, true. And a lot of people ask me, वो तेरे बिजनेस को क्या फायदा होगा? मैं कहा यार पता नहीं। और ਹੁਣ ਰੀਸੈਂਟ ਅਸੀਂ ਸੁਰਿੰਦਰ ਕੰਧਾਰੀ ਜੀ ਨਾਲ ਕੀਤਾ, ਅਲਦਬੋਵੀ ਗਰੁੱਪ ਇਨ ਦੁਬਈ, ਸੋ ਹੀਜ਼ ਥਾਟ ਪ੍ਰੋਸੈਸ ਗੁਰਦੁਆਰਾ ਹੀ ਬਣਾਤਾ ਹੈ ਇੱਕ ਇਸਲਾਮਿਕ ਕੰਟਰੀ ਵਿੱਚ। ਇੰਪੋਸੀਬਲ ਚੀਜ਼ ਨੂੰ ਕਿਵੇਂ ਪੋਸੀਬਲ ਕਰ ਗਏ, ਰਾਈਟ? ਸੋ ਉਹ ਨਾ ਸਰ ਆਈ ਡੋਂਟ ਨੋ ਆਈ ਬੀਨ ਏਬਲ ਟੂ ਆਰਟੀਕੂਲੇਟ ਮਾਈ ਸੈਲਫ ਔਰ ਨਾਟ, ਬਟ I think I'm becoming the sum of all the people I'm meeting and picking up
all the best things out of The them. positive vibes of those. Yeah, and I think ਸਭ ਚ ਕਾਮਨ ਤੁਹਾਡੇ ਚ ਵੀ ਕਾਮਨ ਸਭ ਤੁਹਾਡਾ ਪਹਿਲਾ ਪੋਡਕਾਸਟ ਸੀਗਾ ਅੱਜ ਕਰ ਰਿਹਾ ਰੈਜ਼ਿਲੀਅੰਸ ਹੈ ਮਤਲਬ ਤੁਸੀਂ ਇਮੈਜਿਨ ਕਰੋ ਜਸਟ ਥਿੰਕ ਆਫ ਇਟ ਮਤਲਬ ਆਲ ਦ ਵਿਊਅਰਸ ਲਿਸਨਿੰਗ ਇਸਲਾਮਿਕ ਕੰਟਰੀ UAE you build a gurdwara and if I have told you 20 years back like pagal ho gaya yaar kiਵੇਂ ਹੋ ਸਕਦਾ Yeah, true. ਮਤਲਬ these are the people I've met right that ਕਹਿੰਦੇ ਕਿ impossible ਨੂੰ ਵੀ possible ਕਰ ਸਕਦੇ resilience ਹੈ ਕਿ ਇੱਕ ਵਾਰ ਸੋਚ ਲਿਆ ਕਰਨਾ ਹੈ with you or with anyone Yeah. so I think ਇਹ ਸਭ ਚ common ਹੈ ਸਾਰਿਆਂ ਚ common ਹੈ ਜਿੰਨੇ ਵੀ ਬੰਦੇ whether business ਦੇ ਔਰ whether actor ਨੂੰ ਅਸੀਂ ਲੈ ਕੇ ਆਏ ਹਾਂ ਜਾਂ ਕੋਈ ਵੀ ਬੰਦਾ ਹੈ ਸਭ ਚ common ਹੈ ਕਿ ਜੋ ਉਹਨਾਂ ਨੇ ਇੱਕ ਵਾਰ ਸੋਚ ਲਿਆ ਉਹ ਕਰਨਾ ਹੀ ਕਰਨਾ ਉਹਨਾਂ ਨੇ ਜੋ ਮਰਜ਼ੀ ਹੋ ਜਾਏ come what may Okay, Simon, now I don't ਹੁਣ ਤੁਸੀਂ think so. ਹੋਸਟ ਬਣ ਗਏ ਤੁਸੀਂ No. Yeah, I'm trying to take the best part of this, the closure part of this, beautiful, time I've spent with you right now. I would like to ask you one more question. ਸਰ ਤੁਸੀਂ 5 ਕੁਐਸਚਨ ਪੁੱਛ ਲਓ ਮੈਨੂੰ ਕੋਈ ਪ੍ਰੋਬਲਮ ਨਹੀਂ चलो, ठीक है, कोई पहले इसका जवाब. See, you are a second generation in the business. You've done podcasts with a lot of people. You've met a lot of people. You have, you got into the business, of course, by your own choice. You always wanted. And then you went through the SP Jain in Mumbai, did your FMB, came out, did your advanced, course from Harvard and started living your own journey. What is your message to a generation above you? ਤੋ ਮੈਂ ਤੁਹਾਨੂੰ To me, because I want to catch you right now because ਮੈਨੂੰ ਦੁਬਾਰਾ ਪਤਾ ਨਹੀਂ ਮੌਕਾ ਮਿਲੇ ਨਾ ਮਿਲੇ ਨਹੀਂ ਮੌਕਾ ਮਿਲ but ਮੈਂ ਸਮਨ ਕਰ ਸਕਦੇ ਤੁਸੀਂ ਮੈਨੂੰ but this is something which is I would like to know to speak out. ਕਿਉਂਕਿ ਇਹ ਸ਼ਾਇਦ ਅਸੀਂ ਕਦੀ ਇਹ ਨਹੀਂ ਪੁੱਛਿਆ ਇਹ ਗੱਲ ਤੁਸੀਂ ਹਮੇਸ਼ਾ ਤੁਸੀਂ ਵੱਡਿਆਂ ਨੂੰ ਪੁੱਛਦੇ ਰਹੇ ਹੋ ਐਂਡ ਆਈ ਸਟਿਲ ਰਿਮੈਂਬਰ ਪੈਰੀਮਲ ਸਾਹਿਬ ਨੂੰ ਵੀ ਤੁਸੀਂ ਜਦੋਂ ਪੋਡਕਾਸਟ ਤੇ ਬੁਲਾਇਆ ਸੀਗਾ ਐਂਡ ਯੂ ਵਰ ਆਸਕਿੰਗ ਹਿਮ what message do you want to give it to your the people out in the world all the viewerships so what do you feel from your because I would also like to take the advantage of knowing your viewpoint as a second generation what you look upon to the first generation how would you want them to behave or to support this second generation to take the business forward so what's your thought process on this or maybe a message to all the one step up because maybe you're the second generation they may be people ਹੋ ਸਕਦਾ ਕੋਈ third fourth fifth so one generation above ਸਰ ਆਈ ਥਿੰਕ ਵੈਨ ਆਈ ਲੁੱਕ ਬੈਕ ਹੁਣ ਮਤਲਬ ਮਾਰਚ ਵਿੱਚ ਮੇਰੇ 14 ਇਅਰਸ ਹੋ ਜਾਣਗੇ ਵਿਦ ਹਰ ਟੇਕ ਹੈ ਨਾ ਸੋ ਵੈਨ ਆਈ ਨਾਓ ਲੁੱਕ ਬੈਕ ਆਈ ਥਿੰਕ ਬਹੁਤ ਚੀਜ਼ਾਂ ਨਾ ਉਸ ਟਾਈਮ 'ਤੇ ਜਦੋਂ ਹੋ ਰਹੀਆਂ ਹੁੰਦੀਆਂ ਯੂ ਵਿਦ ਦ ਫਲੋ ਮੈਨੂੰ ਯਾਦ ਹੈ ਸਰ ਦ ਫਰਸਟ ਥਿੰਗ ਦੈਟ ਯੂ ਟੋਲਡ ਮੀ ਵੈਨ ਆਈ ਜੁਆਇਨਡ ਇਨ ਮਾਰਚ 2012 ਜਦੋਂ ਐਮਟੈਕ એનર્ਜੀ ਐਂਡ ਪਾਵਰ ਸੀਗਾ ਐਮਟੈਕ ਸੇਲਸ ਐਂਡ ਸਰਵਿਸਿਜ਼ ਸੀਗਾ ਯੂ ਟੋਲਡ ਮੀ ਕਾਲਡ ਇਨ ਮਾਈ ਰੂਮ ਆਫਟਰ ਦ 3 ਕੰਡੀਸ਼ਨਸ ਅਸੀਂ ਪਹਿਲੇ ਪੋਡਕਾਸਟ ਵਿੱਚ ਗੱਲ ਕਰ ਚੁੱਕੇ ਹੈ ਉਹ ਸੀਗਾ ਕਿ ਯੂ ਹੈਡ ਰਿਟਨ ਅ ਬਿਗ ਜ਼ੀਰੋ ਤੁਹਾਨੂੰ ਯਾਦ ਹੈ ਕਿ ਉਸ ਟਾਈਮ 'ਤੇ ਜੋ ਵੀ ਅਸੀਂ ਕੰਮ ਕਰ ਰਹੇ ਸੀਗੇ ਤੁਸੀਂ ਬੜਾ ਵੱਡਾ ਜ਼ੀਰੋ ਲਿਖਤਾ ਸੀਗਾ ਆਪਣੇ ਰੂਮ 'ਚ ਬੁਲਾ ਕੇ ਕਾਗਜ਼ ਵਿੱਚ ਹੈ ਨਾ ਅਤੇ ਤੁਸੀਂ ਬੋਲਿਆ ਸੀ ਯਾਰ ਕਿ ਆ ਇੱਕ ਜ਼ੀਰੋ ਹੈ ਜੋ ਵੀ ਅੱਜ ਜਿੰਨੀ ਕੁ ਵੀ ਵੱਡੀ ਕੰਪਨੀ ਹੈ ਛੋਟੀ ਕੰਪਨੀ ਜੋ ਵੀ ਹੈ ਆ ਇਹ ਜ਼ੀਰੋ ਹੈ ਹੁਣ ਇਹਦਾ ਤੂੰ ਜ਼ੀਰੋ ਦਾ ਤੂੰ 1000 ਬਣਾਉਂਦਾ ਜਾਂ 10,000 ਬਣਾਉਂਦਾ ਜਾਂ ਜ਼ੀਰੋ ਇਹਨੂੰ ਮਾਈਨਸ 'ਚ ਲੈ ਜਾਂਦਾ ਦੈਟ ਇਜ਼ ਯੋਰ ਕੰਟਰੀਬਿਊਸ਼ਨ right that is one and the second thing that I feel that built a I would say founder mindset word ਅਸੀਂ use ਕਰਦੇ ਹਾਂ ਉਹ ਸੀਗਾ ਕਿ ਤੁਸੀਂ ਕਿਹਾ ਕਿ ਜੋ ਮੈਂ ਕਰ ਰਿਹਾ ਤੂੰ ਨਹੀਂ ਕਰੇਗਾ not to compliment each other ਹਾਂ ਕਿ ਮੈਂ ਜੋ ਮੈਂ ਕੰਮ ਕਰ ਰਿਹਾ ਮਤਲਬ ਜੋ ਤੁਸੀਂ ਕਰ ਰਹੇ ਹੋ ਉਹ ਤੂੰ ਨਹੀਂ ਕਰੇਗਾ ਤੂੰ ਕੁਝ ਹੋਰ ਕਰ ਕੋਈ ਹੋਰ ਫੰਕਸ਼ਨ ਦੇਖ ਆਈ ਥਿੰਕ ਸਰ ਇਹੀ ਮੇਰਾ ਮੈਸੇਜ ਹੈ ਜੋ ਤੁਸੀਂ ਮੈਨੂੰ ਮੇਰੇ ਨਾਲ ਕਰਿਆ ਇਹ ਦੋ ਮੈਸੇਜ ਹੈ because the point is when you look back and when you see large conglomerates being built and we are in a generation today people are not joining their family business people are moving away from their family business and ਮੈਨੂੰ ਕਈ ਵਾਰ ਇਹ ਲੱਗਦਾ ਕਿ ਟਾਟਾ ਬਿਰਲਾ ਮਹਿੰਦਰਾ most of the Sensex Nifty companies we have were family businesses ਉਹ ਵਰਡ ਨਾ ਫੈਮਿਲੀ ਬਿਜ਼ਨਸ ਮੈਨੂੰ ਲੱਗਦਾ ਕਿ ਲੋਕ ਪਰਿਮਲ ਮਰਚੈਂਟ ਨਾਲ ਵੀ ਜੋ ਤੁਸੀਂ ਗੱਲ ਕੀਤੀ ਸੀ ਪੀਪਲ ਆਰ ਮੂਵਿੰਗ ਅਵੇ ਸਟਾਰਟਅਪ ਵਧੀਆ ਸਟਾਰਟਅਪ ਕਰੋ ਤੁਸੀਂ ਬਟ ਆਈ ਫੀਲ ਦੈਟ ਦੇਰ ਇਜ਼ ਓਪਰਚੁਨਿਟੀ ਐਂਡ ਦੇਰ ਇਜ਼ ਵੈਲਥ ਦੈਟ ਕੈਨ ਬੀ ਕ੍ਰੀਏਟਡ ਐਂਡ ਵੈਲਿਊ ਦੈਟ ਬੀ ਕ੍ਰੀਏਟਡ ਫॉर ਸੋ ਮੈਨੀ ਨਾਟ ਫॉर ਯੋਰ ਸੈਲਫ ਬਟ ਫॉर ਦ ਸਟੇਕ ਹੋਲਡਰਸ ਤੇ ਤੁਹਾਨੂੰ ਕਰਨਾ ਚਾਹੀਦਾ ਸੋ ਪੀਪਲ ਆਰ ਮੂਵਿੰਗ ਅਵੇ
ਅੱਛੇ ਖਾਸੇ ਬਿਜ਼ਨਸ ਨੂੰ ਤੁਸੀਂ ਮੰਨ ਲਓ 100 ਕਰੋੜ ਤੇ ਹੈ, ਤੁਸੀਂ ਉਹਨੂੰ 1000 ਕਰੋੜ ਤੇ ਲੱਗੋ, ਤੁਹਾਡੀ ਤਾਂ ਲੈਗੇਸੀ ਤੁਹਾਨੂੰ ਉਹ ਯਾਦ ਰੱਖਣਗੇ ਨਾ। ਤੁਸੀਂ ਕਿਸੇ ਨੇ ਤੁਹਾਨੂੰ 10 ਮੰਜ਼ਿਲ ਬਣਾਤੀ, ਤੁਸੀਂ ਜੇ 2000 ਮੰਜ਼ਿਲ ਬਣਾਤੀ, ਅੱਜ ਰਿਲਾਇੰਸ ਹੈ, RIL ਹੈ, ਰਾਈਟ। ਹੁਣ ਰਿਲਾਇੰਸ ਵੀ ਤੁਸੀਂ ਦੇਖੋ, ਮੁਕੇਸ਼ ਅੰਬਾਨੀ ਐਵੇਂ ਤਾਂ ਇਹ ਨਹੀਂ ਸੀਗਾ ਕਿ ਉਹ ਫਸਟ ਜਨਰੇਸ਼ਨ ਹੈ, ਧੀਰੂ ਭਾਈ ਵਾਸ ਫਸਟ ਜਨਰੇਸ਼ਨ, ਬਟ ਵਾਟ ਮੁਕੇਸ਼ ਭਾਈ ਹੈਜ਼ ਡਨ ਇਜ਼ ਲਾਈਕ ਫਿਨੋਮੀਨਲ। मतलब the kind of value that person has created for the shareholders and for all the people in Reliance. So I feel ਉਹ ਬਹੁਤ ਜ਼ਰੂਰੀ ਹੈ, because now when I see my friends, sir, ਇਹ ਹੁਣ ਮੇਰੇ ਜਿਹੜੇ ਦੋਸਤ ਆ ਨਹੀਂ ਜੁਆਇਨ ਨਹੀਂ ਕਰ ਰਹੇ, they becoming investors. Example, family offices ਅੱਜ ਕੱਲ੍ਹ ਇੱਕ ਨਇਆ, ਤੁਹਾਨੂੰ ਪਤਾ ਫੈਮਿਲੀ ਆਫਿਸਿਸ ਹੈ, ਹੁਣ the company sitting at a profit, ਉਹ ਕੀ ਕਰ ਰਹੇ, they don't want to get execution ਨਹੀਂ ਕੋਈ ਕਰਨਾ ਚਾਹੁੰਦਾ, ਘੱਟ ਗੰਦੇ ਨਹੀਂ ਕਰਨਾ ਚਾਹੁੰਦਾ। ਸਾਰੇ ਹੈ ਕਿ ਠੀਕ ਹੈ ਯਾਰ, ਅਸੀਂ 100-150 ਕਰੋੜ ਦਾ ਪੈਟ ਬਣ ਰਿਹਾ, ਅਸੀਂ ਫੈਮਿਲੀ ਆਫਿਸਿਸ ਹੈਡ ਕਰਾਂਗੇ। ਸਰ 80% ਆਫ ਪੀਪਲ ਆਰ ਡੂਇੰਗ ਦਿਸ, ਦੇ ਆਰ ਨਾਟ ਗੈਟਿੰਗ देयर हैंड्स ਡਰਟੀ। ਮੈਜੋਰਿਟੀਆਂ ਨੇ ਆਪਣੇ ਫੰਡਸ ਖੋਲ੍ਹਤੇ ਫੈਮਿਲੀ ਆਫਿਸਿਸ ਦਾ, ਉਹਨਾਂ ਦਾ ਪੈਸਾ ਹੈ, ਉਹ ਇਨਵੈਸਟਿੰਗ ਕਰਨ ਲੱਗ ਗਏ। ਸੋ ਹੋ ਕੀ ਰਿਹਾ, ਐਂਡ ਆਈ ਹਰਡ ਸਜਨ ਜਿੰਦਲ ਸੇਇੰਗ ਦਿਸ, ਸਜਨ ਜਿੰਦਲ ਆਫ JSW, ਉਹਨੂੰ ਪੁੱਛਿਆ ਕਿ ਯੂ ਨੋ ਵੈਨ ਹਿਜ਼ ਸਨ ਪਾਰਥ ਜੁਆਇਨਡ ਦ ਬਿਜ਼ਨਸ, ਉਹਨੂੰ ਪੁੱਛਿਆ ਕਿ ਯਾਰ ਇੱਕ ਕੋਈ ਡੀਲ ਹੋ ਰਹੀ ਸੀਗੀ, ਏਥਰ ਦੀ ਗੱਲ ਕਰ ਰਹੇ ਸੀ, ਦੇ ਹੈਡ ਇਨਵੈਸਟਡ ਇਨ ਦਿਸ ਕੰਪਨੀ, ਐਂਡ ਹੀ ਸੈਡ ਨੋ। ਸਜਨ ਜਿੰਦਲ ਕਹਿੰਦਾ ਕਿ ਮੈਂ ਮਨਾ ਕਰਤਾ ਪਾਰਥ ਨੂੰ, ਆਈ ਵਾਂਟਡ ਯਾਰ ਟੂ ਯੂ ਨਾਟ ਬੀ ਅ ਇਨਵੈਸਟਰ, you to run a business, to get your hands dirty, to see execution, to understand cash flow, or build something of your own in that platform. So I think sir ਉਹੀ advice ਹੈ to the generation above me that ਕਿ ਇੱਕ ਤਾਂ ਉਹਨਾਂ ਨੂੰ ਕੰਪਲੀਸੈਂਟ ਨਾ ਹੋਣ ਦਿਓ, ਉਹਨਾਂ ਨੂੰ ਪੁਸ਼ ਕਰੋ ਜੇ ਉਹ ਕਰਨਾ ਚਾਹੁੰਦੇ। ਜੇ ਕਰਨਾ ਹੀ ਨਹੀਂ ਚਾਹੁੰਦੇ ਫਿਰ ਤਾਂ ਸਰ there is no point, then they'll burn that money, burn that wealth। ਉਸ ਤੋਂ ਬੈਟਰ ਤੁਸੀਂ ਪ੍ਰੋਫੈਸ਼ਨਲ ਦੇ ਦਿਓ ਚਲਾਉਣ ਲਈ। ਸੋ ਆਈ ਥਿੰਕ ਸਰ that is my ਜੋ ਤੁਸੀਂ ਮੇਰੇ ਨਾਲ ਕਰਿਆ, ਮੈਂ ਉਹੀ ਐਡਵਾਈਸ ਦੇਣਾ ਚਾਹੂੰਗਾ ਕਿ ਯਾਰ ਇਹ ਦੋ ਚੀਜ਼ਾਂ ਕਿ ਡੋਂਟ ਟੈਲ them to do। ਅੱਜ ਤੁਸੀਂ ਦੇਖੋ JSW ਦੇ got into paints, ਸੀਮੈਂਟ ਵਿੱਚ ਚਲੇ ਗਏ, ਐਂਡ ਹੀ ਇਜ਼ ਦੀ MD for that, he is running that show। ਸੋ ਉਹ ਚੀਜ਼ ਹੈ ਸਰ। Yeah. So how would you want, we are closing on to the 50th podcast. And how do you see yourself in the next 50 podcasts, what you do? So what's the purpose you want to take? You have to have a purpose, no? Yeah. So have you redefined your purpose, or you are still with the purpose? So what's your purpose of this, the journey with Simmerpreet? ਸਰ ਪਰਪਸ ਤਾਂ ਆਈ ਥਿੰਕ ਸੇਮ ਹੀ ਹੈ, ਮੈਨੂੰ ਲੱਗਦਾ ਹੈ। ਜੋ ਇੱਕ ਸ਼ੌਂਕ ਨਾਲ ਸਟਾਰਟ ਕੀਤਾ ਸੀ, ਮੈਨੂੰ ਹਲੇ ਵੀ ਲੱਗਦਾ ਹੈ ਵੈਨ ਵੀ ਸਟਾਰਟਡ ਇਨ 23, ਦੀ ਓਵਰਆਲ IQ ਆਫ ਦੀ ਇੰਟਰਨੈਟ, ਮਤਲਬ ਇਫ ਯੂ ਐਕਚੁਅਲੀ ਆਲ ਸੀ ਜੋ ਅਸੀਂ ਕੰਜ਼ਿਊਮ ਕਰਦੇ ਹਾਂ, ਮੋਸਟ ਆਫ ਅਸੀਂ ਮਸਤੀ ਵਾਲਾ ਹੀ ਕੰਟੈਂਟ ਦੇਖ ਰਹੇ, ਤਾਂ ਮੈਨੂੰ ਲੱਗਿਆ ਸੀਗਾ ਕਿ genuinely people who've contributed in nation building, and sir I take pride, and I think I must compliment the entire team including Komal also, that ਕਿ ਜਿਹੜੇ ਬੰਦੇ ਅਸੀਂ ਪੋਡਕਾਸਟ 'ਤੇ ਲੈ ਕੇ ਆਏ ਹਾਂ ਸਰ, ਜੋ ਵੱਡੇ ਮਤਲਬ ਸਰ if you see the scheme of things, this I have around still about 17,500 subscribers। ਕਹਿਣ ਨੂੰ ਛੋਟਾ ਹੀ ਹੈ ਸਰ, ਕਹਿਣ ਨੂੰ ਤਾਂ ਮਤਲਬ ਪੀਪਲ ਆਰ ਦੇਅਰ ਜੋ ਮਿਲੀਅਨਸ ਵਿੱਚ ਬੈਠੇ ਹੈ, ਬਟ ਸਰ ਇੱਕ ਚੀਜ਼ ਦਾ ਜਿਹੜਾ ਮਾਣ ਹੈ ਨਾ ਸਰ, ਇੱਕ ਵੀ ਸਬਸਕ੍ਰਾਈਬਰ ਅਸੀਂ ਕੋਈ ਖਰੀਦਿਆ ਨਹੀਂ, ਔਰਗੈਨਿਕ ਰੀਚ ਹੈ ਸਾਡੀ। ਇੱਕ ਬੰਦਾ ਸਾਡੇ ਨਾਲ ਜੋ ਜੁੜਿਆ, ਆਈ ਐਮ ਥੈਂਕਫੁਲ ਟੂ ਦੈਮ। ਇੱਕ ਲਾਈਕ, ਇੱਕ ਕਮੈਂਟ ਇਜ਼ ਨਾਟ ਈਵਨ ਪੇਡ। ਅੱਜ ਕੱਲ੍ਹ ਕੀ ਇੰਟਰਨੈਟ ਵੀ ਯੂ ਕੈਨ ਬਾਈ ਥਿੰਗਸ, ਰਾਈਟ? ਸੋ ਆਈ ਥਿੰਕ ਸਰ ਇਹੋ ਜਿਹੇ ਲੋਕ ਸਾਨੂੰ ਟਰਸਟ ਕੀਤੇ ਹੈ ਵਿਦ ਇੰਟਰਨੈਟ ਨਾ ਸਰ, ਵੋਲਿਊਮ ਦੇਖਦਾ ਹੈ ਜੋ ਮੈਨੂੰ ਸਮਝ ਆ ਰਹੀ ਹੈ ਆਫਟਰ 50 ਨਾ, ਕਿਸਕੇ 100K 1 million, these are the fancy things, ਬਟ ਅਸੀਂ non controversial actual raw content ਅਸੀਂ build ਕੀਤਾ, and certain people that we've got, ਉਹ ਵੱਡੇ podcasters which have the numbers, they've not gone to their platform and they've come on our platform and discussed। so I think sir purpose ਤਾਂ ਉਹੀ ਹੈ, ਬਟ ਇਹ ਹੈ ਸਰ ਕਿ ਹੋਰ ਡੀਪਰ ਕਨਵਰਸੇਸ਼ਨ ਕਰਨਾ ਚਾਹੁੰਦਾ। I really want ਬਹੁਤ ਸੇ ਐਵੇਂ ਲੋਕ ਹੈ, ਬਿਕੋਜ਼ 50 ਤਾਂ ਅਸੀਂ ਲੈ ਕੇ ਆਏ ਸੀ, ਤਾਂ ਕਿੰਨਿਆਂ ਨੂੰ ਰੀਚ ਆਊਟ ਕਰਦੇ ਹਾਂ, ਕਈ ਮਨਾ ਕਰ ਦਿੰਦੇ ਹੈ, ਕਈਆਂ ਕੋਲ ਟਾਈਮ ਨਹੀਂ ਹੁੰਦਾ। बट आई फील सर 2026 आई फील दैट मोमेंटम बहुत अच्छा बिल्ड हो गया है। सिमरप्रीत सिंह पॉडकास्ट एंड द पीपल, द व्यूअर्स दैट आर वॉचिंग आर वॉचिंग द इंटायर 2 hour थिंग, जो साढ़े को एनालिटिक्स आंदा है। सो आई थिंक द पर्पस इज सेम, बट मोर डीपर कन्वरसेशनस, मोर रिचर कन्वरसेशन। एंड फायदा तो यही है सर कि अज असी जो है घंटा गल की है अबाउट फैमिली, रिलीजन, किनियां गल्लां कर ली। एक भी बच्चे नूं सर जो मोटिवेशन हो जाती, और एक भी बच्चा जो ਆਪਣੇ ਮਾਂ ਪਿਓ ਨੂੰ ਲੈਟਸ ਸੇ ਫਰਗਿਵ ਕਰ ਗਿਆ ਤੁਹਾਡੇ ਕਹਿਣ 'ਤੇ ਸਾਨੂੰ ਨਹੀਂ ਪਤਾ ਨਾ ਸਰ ਕੌਣ ਸੁਣ ਰਿਹਾ ਹੈ, ਕੌਣ ਉਸ 'ਤੇ ਅਮਲ ਕਰ ਰਿਹਾ ਹੈ। ਸੋ ਆਈ ਥਿੰਕ ਸਰ ਪਰਪਸ ਹੋਈ ਹੈ, ਬਟ ਮੋਰ ਡੀਪਰ, ਮੋਰ ਰਿਚਰ ਕਨਵਰਸੇਸ਼ਨ, ਐਂਡ ਹੋਪਫੁਲੀ ਸਰ ਇੱਕ ਇੰਟਰਨੈਟ ਦੀ ਦੁਨੀਆ ਵਿੱਚ ਜੋ ਮੈਂ ਕਰ ਰਿਹਾ ਇਹ ਰੈਕੋਗਨਾਈਜ਼ ਹੋਰ ਹੋਏ ਸਰ। ਬੰਦਾ ਤਾਂ ਇਹੀ ਭਾਲਦਾ, ਹੋਰ ਤਾਂ ਕੀ ਹੈ।
No, I'm so proud of you, and I wish that you keep doing this. But again, I feel that purpose should be very clear, which I started with that things, knowledge sharing. Yeah. Make sure that the kind of diversified field you're penetrating, going into different subjects. Let every podcast of yours be impactful. Yeah. With a strong message, with something which you give it out to the society. If you're able to do that, of course via the people who will come on board, I think you'll make us ਤੁਹਾਨੂੰ ਕੀ ਲੱਗਦਾ ਮੇਰੇ 1 ਮਿਲੀਅਨ ਸਬਸਕ੍ਰਾਈਬਰਸ ਕਦੋਂ ਹੋ ਜਾਣਗੇ? ਹੁਣ ਤਾਂ ਮੈਂ 17000 ਤੇ ਬੈਠਾ, 10 ਲੱਖ ਸਬਸਕ੍ਰਾਈਬਰ, ਤੁਹਾਨੂੰ ਕੀ ਲੱਗਦਾ ਹੈ? well ਤੁਹਾਨੂੰ ਨੰਬਰਸ ਤਾਂ ਪਸੰਦ ਨਹੀਂ ਵੈਸੇ? ਮੈਨੂੰ ਹਾਂ, so you're asking a wrong question to the wrong. Keep doing your good deeds, keep your focus. Yeah. And these are just byproducts. ਹੋ ਜਾਏਗਾ ਸਰ? Eventually ਆ 1 ਮਿਲੀਅਨ ਹੋ ਜਾਏਗਾ? ਬਟ ਇਵੈਂਚੁਅਲੀ ਇਹਨਾਂ ਨੇ ਆ ਹੀ ਜਾਣਾ ਹੈ. ਅੱਛਾ। ਸੋ ਇਹ ਚੀਜ਼ਾਂ ਮੈਨੂੰ ਲੱਗਦਾ ਤੁਹਾਨੂੰ ਨਾ ਇਸ ਬਾਰੇ ਤੁਹਾਨੂੰ ਸੋਚਣਾ ਵੀ ਨਹੀਂ ਚਾਹੀਦਾ. ਸੋਚਣਾ ਨਹੀਂ ਚਾਹੀਦਾ. You should ਕਰਦੇ ਰਹੀ, just ਬਣਾਉਂਦੇ consider on ਰਹੀ। your on the basic purpose Yeah. and keep working on it. ਮਸਤੀ And ਕਰੀ। suddenly one fine day you will see 1 ਮਿਲੀਅਨ ਹੋ ਗਿਆ। ਇਹ ਹੋ ਗਿਆ ਹੈ ਨਾ? I think that's how. ਸਰ ਤੁਸੀਂ ਤਿਆਰੀ ਕਰੋ, 100th ਐਪੀਸੋਡ ਵੀ ਅਸੀਂ ਤੁਹਾਡੇ ਨਾਲ ਬਣਾਵਾਂਗੇ। I'm trying ਉਹ to। ਦੇਖਦੇ ਹਾਂ 2026 ਚ ਅਸੀਂ ਕਿੰਨਾ ਪ੍ਰੋਡਿਊਸ ਕਰ ਸਕਦੇ ਹਾਂ। 2027 I think 2027 we'll host you for our 100th episode, and I really hope we get good viewers with us. But thank you ji, thank you for doing this, and thank you for pushing, motivating me for this, and we'll get you on our 100th episode also. Looking forward. है ना? Thank you ji, thank you. God Take bless care. you. Thank Bye-bye. you. All the best.